जोजड़े थके पाया पुराना चोला सज्जन मेरे रंगोले जाए सुते जी अंबी मंजा डूंगणी रुआ जीनी बाण की ना सुने ही गोरिए की ना सुने ही गोरिए अपन कन्नी सोए लगी आवे सोहरे नित ना पइए ओए जो संगी है तेरो हर जस गाए ले
ਜਬਰ ਸ਼ਤਰੂ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਪ ਜੀ ਵਿਰਾਗਮਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਓ ਕੁਝ ਸਮਾਂ ਗੁਰਬਾਣੀ ਦੀ ਕਥਾ ਵਿਚਾਰ ਨਾਲ ਜੁੜੀਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਬਖਸ਼ਦੇ ਹੈ, ਬਾਣੀ ਦੇ ਦੁਆਰਾ ਕੀ ਸਮਝਾਉਂਦੇ ਨੇ। ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਕਥਾ ਵਿਚਾਰ ਸੁਣਦੇ ਹਾਂ। ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਹਿਬੇ ਕਮਾਲ ਪੁੱਤਰਾਂ ਦੇ ਦਾਨੀ, ਤਿਨਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਫਰਮਾਨ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਮਹਾਰਾਜ ਸਤਿਗੁਰੂ ਜੀ ਕਹਿੰਦੇ, ਭਾਈ ਜਿਹੜਾ ਵੀ ਜੀਵ ਪੈਦਾ ਹੋਇਆ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਚਲਿਆ ਜਾਵੇਗਾ। ਸਦਾ ਵਾਸਤੇ ਤੇ ਕੋਈ ਇੱਥੇ ਹੈ ਨਹੀਂ। ਚਾਹੇ ਉਹ ਕੋਈ ਸੰਤ ਹੈ, ਚਾਹੇ ਕੋਈ ਬ੍ਰਹਮ ਗਿਆਨੀ ਹੈ, ਚਾਹੇ ਕੋਈ ਆਮ ਮਨੁੱਖ ਹੈ, ਦੁਨਿਆਵੀ ਮਨੁੱਖ ਹੈ, ਮੌਤ ਹੈ ਉਹ ਤੇ ਸਾਰਿਆਂ ਤੇ ਆਉਣੀ ਹੈ। ਸਰੀਰ ਹੈ ਨਾ ਜਿਹੜਾ, ਸਤਿਗੁਰੂ ਜੀ ਨੇ ਸਾਨੂੰ ਮੁਕਤ ਹੋਣ ਵਾਸਤੇ ਦਿੱਤਾ ਏ। ਦੁਨੀਆ ਤੇ ਆ ਕੇ ਇਹ ਜਿਹੜੀ ਤੇਰੀ ਆਤਮਾ ਹੈ ਪਰਮਾਤਮਾ ਵਿੱਚ ਲੀਨ ਹੋ ਜੇ। ਇਹ ਇੱਕ ਘਰ ਹੈ ਆਤਮਾ ਦੇ ਰਹਿਣ ਵਾਸਤੇ। ਸਰੀਰ, ਜਿਵੇਂ ਸਰੀਰ ਦੇ ਰਹਿਣ ਵਾਸਤੇ ਆਪਾਂ ਘਰ ਪਾਉਣੇ ਆ, ਮਕਾਨ ਪਾਉਣੇ ਆ, ਉਸੇ ਤਰ੍ਹਾਂ ਹੀ ਮਹਾਰਾਜ ਸਤਿਗੁਰੂ ਕਹਿੰਦੇ ਆਤਮਾ ਦੇ ਰਹਿਣ ਵਾਸਤੇ ਸਰੀਰ ਘਰ ਹੈ ਇੱਕ। ਇਹਦੇ ਵਿੱਚ ਤੂੰ ਰਹਿ ਕੇ ਮੁਕਤ ਹੋਣਾ। ਹੁਣ ਵੇਖ ਲਓ, ਅਸੀਂ ਮੁਕਤ ਹੋਣ ਦਾ ਕੋਈ ਸਾਧਨ ਕੀਤਾ ਹੈ ਕਿ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਇਹ ਕਲਯੁਗੀ ਜੀਵ ਦੀ ਦਸ਼ਾ ਹੈ। ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ। ਨੀਵੇਂ ਕਰਮ ਕਰਦੇ ਆ। ਮੁਕਤ ਹੋਣ ਦਾ ਤੇ ਕੋਈ ਆਪਾਂ ਯਤਨ ਕੀਤਾ ਹੀ ਨਹੀਂ। ਵੇਦ ਗ੍ਰੰਥ ਕਹਿੰਦੇ ਆ, ਜਦੋਂ ਵਿਦਾਂਤ ਪੜ੍ਹਦੇ ਆ, ਵਿਦਾਂਤ ਦੇ ਵਿੱਚ ਇਹ ਗੱਲ ਲਿਖੀ ਹੈ ਵੀ ਸਾਧੂ ਦਾ ਸੰਗ, ਮਨੁੱਖਾ ਜਨਮ ਤੇ ਮੁਕਤੀ, ਇਹ ਤਿੰਨ ਚੀਜ਼ਾਂ ਨੂੰ ਬੜਾ ਉੱਤਮ ਮੰਨਿਆ। ਵਿਦਾਂਤ ਕਹਿੰਦਾ ਸਾਧੂ ਦਾ ਸੰਗ, ਉੱਚੇ ਸੁੱਚੇ ਸਾਧੂ ਦਾ ਸੰਗ, ਇੱਕ ਮਨੁੱਖਾ ਜਨਮ
ਇੱਕ ਮੁਕਤੀ, ਇਹ ਤਿੰਨ ਚੀਜ਼ਾਂ ਨੂੰ ਵੇਦ ਗ੍ਰੰਥਾਂ ਨੇ ਉੱਤਮ ਮੰਨਿਆ। ਹੁਣ ਕਬੀਰ ਜੀ ਕਹਿੰਦੇ ਆ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਮਹਾਰਾਜ ਕਹਿੰਦੇ ਮਨੁੱਖਾ ਜਨਮ ਬਾਰ-ਬਾਰ ਥੋੜ੍ਹੀ ਮਿਲਣਾ, ਤੇ ਉਹ ਅਸੀਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ਮਨੁੱਖਾ ਜਨਮ ਨੂੰ ਅਜਾਈਂ ਗਵਾ ਰਹੇ ਹਾਂ। ਅਜਾਈਂ ਗਵਾ ਰਹੇ ਹਾਂ ਮਨੁੱਖਾ ਜਨਮ ਨੂੰ ਵਿਸ਼ਿਆਂ ਵਿਕਾਰਾਂ 'ਚ ਲੱਗ ਕੇ। ਕਦੇ ਵੀ ਅੰਮ੍ਰਿਤ ਨੂੰ ਚਖਣਾ ਨਹੀਂ ਕੀਤਾ। ਮਹਾਰਾਜ ਸਤਿਗੁਰੂ ਸਾਹਿਬ ਕਹਿੰਦੇ ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਛਕਣਾ ਨਹੀਂ ਕੀਤਾ, ਵਿਕਾਰਾਂ ਰੂਪੀ ਜ਼ਹਿਰ ਨੂੰ ਖਾ ਰਹੇ ਹਾਂ। ਬਾਬਾ ਬਿਖ ਦੇਖਿਆ ਸੰਸਾਰ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਸੰਸਾਰ ਇੱਕ ਜ਼ਹਿਰ ਹੈ, ਇਹ ਵਿਕਾਰ ਇੱਕ ਜ਼ਹਿਰ ਨੇ। ਕਦੋਂ ਇਹ ਵਿਕਾਰ ਦੀ ਜਿਹੜੀ ਜ਼ਹਿਰ ਹੈ, ਸੰਸਾਰ ਰੂਪੀ ਜ਼ਹਿਰ ਹੈ, ਕਦੋਂ ਲੱਥਦੀ ਹੈ? ਜਦੋਂ ਉਹਦਾ ਨਾਮ ਆ ਜਾਏ। ਹੁਣ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜ ਪਿਆਰੇ ਕਹਿੰਦੇ ਆ ਨਾ, ਨਾਮ ਦਾ ਅਭਿਆਸ ਕਰਨਾ, ਪਵਿੱਤਰ ਬਾਣੀ ਨੂੰ ਪੜ੍ਹਨਾ। ਸੋ ਉਹ ਜਦੋਂ ਸਤਿਗੁਰੂ ਜੀ ਦਾ ਪਵਿੱਤਰ ਨਾਮ ਤੇ ਬਾਣੀ ਤੂੰ ਪੜ੍ਹਨ ਲੱਗ ਗਿਆ, ਵਿਕਾਰ ਛੱਡਦੀ, ਤੇ ਫੇਰ ਕਿਤੇ ਉਹ ਜਿਹੜੀ ਤੇਰੀ ਸੁਰਤੀ ਹੈ ਉਸ ਅਕਾਲ ਪੁਰਖ ਦੇ ਨਾਮ ਵਿੱਚ ਲੀਨ ਰਹੇਗੀ। ਮਹਾਰਾਜ ਕਹਿੰਦੇ ਬਾਬਾ ਬਿਖ ਦੇਖਿਆ ਸੰਸਾਰ, ਇਹ ਸੰਸਾਰ ਤੇ ਜ਼ਹਿਰ ਹੈ, ਇਹਦੇ ਵਿੱਚ ਲੱਗ ਕੇ ਤੂੰ ਮਨੁੱਖਾ ਜਨਮ ਨੂੰ ਅਜਾਈਂ ਗਵਾ ਰਿਹਾ। ਪਰ ਮਨੁੱਖ ਨੂੰ ਓਨਾ ਚਿਰ ਜ਼ਹਿਰ ਨਹੀਂ ਲੱਗੇਗਾ ਜਿੰਨਾ ਚਿਰ ਇਹਨੂੰ ਗਿਆਨ ਨਹੀਂ ਜੇ। ਤੋ ਜਦੋਂ ਗਿਆਨ ਆ ਗਿਆ ਫਿਰ ਸੰਸਾਰ ਜ਼ਹਿਰ ਲੱਗੇਗਾ, ਇਹ ਘਰ ਪਰਿਵਾਰ ਫਿਰ ਜ਼ਹਿਰ ਲੱਗਣਗੇ। ਛੱਡ ਖੜੋਤੇ ਖਿਨੇ ਮਾਹੇ ਜਨ ਸੋ ਲੱਗਾ ਹੈ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਭੋਗ ਨੇ ਜ਼ਹਿਰ ਵਰਗੇ ਲੱਗਣਗੇ। ਇਉਂ ਮਹਾਰਾਜ ਸਮਝਾਉਂਦੇ ਆ ਸੱਚੇ ਪਾਤਸ਼ਾਹ। ਇਸ ਕਰਕੇ ਭਾਈ ਮਨੁੱਖਾ ਜਨਮ, ਸਾਧੂ ਦਾ ਸੰਗ ਤੇ ਮੁਕਤੀ, ਮਹਾਰਾਜ ਸਤਿਗੁਰੂ ਸਾਹਿਬ ਜੀ ਨੇ ਉੱਤਮ ਮੰਨਿਆ ਇਹਨਾਂ ਤਿੰਨਾਂ ਨੂੰ। ਵੇਦ ਗ੍ਰੰਥ ਉੱਤਮ ਮੰਨਦੇ ਹੈ। ਹੁਣ ਸਰੀਰ ਭਗਵਾਨ ਨੇ ਦਿੱਤਾ ਹੈ ਮੁਕਤ ਹੋਣ ਵਾਸਤੇ। ਇਹ ਤੇਰੀ ਜਿਹੜੀ ਜੀਵ ਇਸਤਰੀ ਹੈ, ਆਤਮਾ ਹੈ, ਮੁਕਤ ਹੋ ਜੇ, ਇਹ ਜੂਨਾਂ 'ਚ ਨਾ ਭਟਕੇ। ਪਰ ਮਨੁੱਖ ਹੈ ਉਸ ਕਾਲ ਪੁਰਖ ਨੂੰ ਭੁੱਲਿਆ ਹੋਇਆ। ਵਿਸਾਰ ਹਰ ਜੀਉ ਬਿਖੈ ਭੋਗੈ, ਤਪਤ ਥੰਮ ਗਲ ਲਾਏ। ਹਰੀ ਨੂੰ ਵਿਸਾਰ ਕੇ ਹਜੇ ਵੀ ਵਿਸ਼ੇ ਭੋਗ ਰਿਹਾ। ਮਹਾਰਾਜ ਸਤਿਗੁਰੂ ਕਹਿੰਦੇ ਤਪਤ ਥੰਮ ਗਲ ਲਾਏ। ਯਾਦ ਰੱਖੀ ਧਰਮਰਾਜ ਦੇ ਦੂਤ ਤੈਨੂੰ ਤਪਤ ਭਾਵ ਤੱਤੇ ਗਰਮ ਥੰਮ ਦੇ ਨਾਲ ਲਾਉਣਗੇ ਜੇ ਤੂੰ ਹਰੀ ਭੁੱਲਿਆ ਹੋਇਆ ਹੈ। ਹਜੇ ਵਿਸ਼ਿਆਂ ਵਿਕਾਰਾਂ ਤੋਂ ਤੇਰਾ ਮਨ ਰੱਜਿਆ ਨਹੀਂ। ਸਤਿਗੁਰੂ ਜੀ ਦੇ ਬਚਨ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ। ਜਿਸ ਕਰਕੇ ਭਾਈ ਸੰਸਾਰ ਤੇ ਜਿਹੜਾ ਵੀ ਆਇਆ ਉਹਨੇ ਚਲੇ ਜਾਣਾ। ਕਿਉਂ ਨਾ ਫਿਰ ਮੁਕਤ ਹੋ ਕੇ ਜਾਈਏ, ਕਿਉਂ ਨਾ ਇਹ ਯਾਤਰਾ ਨੂੰ ਸਫਲ ਕਰ ਜਾਈਏ। ਦੁਬਾਰਾ ਇਸ ਮਨੁੱਖਾ ਵਾਹਿਗੁਰੂ ਦੁਬਾਰਾ ਇਸ ਦੁਨੀਆ ਤੇ ਆਉਣਾ ਹੀ ਨਾ ਪਵੇ, ਆਉਣਾ ਹੀ ਨਾ ਪਵੇ ਦੁਬਾਰਾ। ਇਹੋ ਜੀ ਮਰਨੀ ਮਰੀਏ, ਇੱਕ ਵਾਰ ਮਰ ਜਾਈਏ, ਬਸ ਦੁਬਾਰਾ ਨਾ ਆਉਣਾ ਪਵੇ। ਇਹ ਕੋਸ਼ਿਸ਼ ਚਾਹੀਦੀ ਹੈ ਕਰਨੀ। ਫਿਰ ਛਕ ਕੇ ਖੰਡੇ ਬਾਟੇ ਦਾ ਅੰਮ੍ਰਿਤ ਸਤਿਗੁਰੂ ਜੀ ਦੇ ਪੱਲੇ ਨਾਲ ਲੱਗ ਜਾਣਾ ਚਾਹੀਦਾ, ਤਾਂ ਕਿ ਸਾਨੂੰ ਸਤਿਗੁਰੂ ਜੀ ਮੁਕਤੀ ਦੇ ਦੇਣ, ਮੁਕਤੀ ਬਖਸ਼ ਦੇਣ। ਉਹ ਜਿਹੜੇ ਸ਼ੁਭ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਉਹ ਸਾਡੇ ਅੰਦਰ ਆ ਜਾਣ। ਸੱਚ ਤੇ ਪਹਿਰਾ ਦੇਣਾ, ਸੰਤੋਖ ਰੱਖਣਾ, ਧਰਮ ਦੀ ਵਿਚਾਰ, ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬ ਦੇ ਨਾਮ ਦੀ ਵਿਚਾਰ ਕਰਨੀ, ਦਇਆ ਕਰਨੀ, ਸ਼ੁਭ ਗੁਣ ਨੇ। ਜਿਸ ਕਰਕੇ ਅਸੀਂ ਮੁਕਤ ਹੋ ਜਾਈਏ। ਸੋ ਸਤਿਗੁਰੂ ਜੀ ਦਾ ਇਹ ਸਮਝਾਉਣਾ ਹੈ ਭਾਈ। ਦੀਨ ਦੁਨੀਆ ਦੇ ਮਾਲਕ ਗੁਰੂ
ਅਰਜਨ ਦੇਵ ਸਾਹਿਬ ਜੀ ਪਵਿੱਤਰ ਬਚਨ ਉਚਾਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਬਚਨ ਉਚਾਰਦੇ ਨੇ ਆਸਾ ਰਾਗ ਦੇ ਅੰਦਰ। ਆਸਾ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਨਾਮ ਬਾਣੀ ਦੇ ਬਹੁਤੇ ਕਲਯੁਗ ਦੇ ਅਵਤਾਰ ਵੈਰਾਗਮਈ ਬਚਨ ਉਚਾਰਦੇ ਆ। ਗੁਰੂ ਸਾਹਿਬ ਆਖਣ ਲੱਗੇ ਨੇ, ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਉਹ ਪਰਮਾਤਮਾ ਕਦੋਂ ਲੈ ਕੇ ਜਾਂਦਾ ਹੈ, ਉਹਦੀ ਚਿੱਠੀ ਕਦੋਂ ਆਵੇਗੀ? ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਬਚਨ ਕਰਦੇ ਨੇ, ਬਾਣੀ ਦੇ ਦੁਆਰਾ ਸਮਝਾਉਂਦੇ ਨੇ। ਇੱਕ ਕਿਰਸਾਨ ਦੀ ਉਦਾਹਰਣ ਦੇ ਕੇ ਗੁਰੂ ਅਰਜਨ ਸਾਹਿਬ ਖੇਤੀ ਦੇ ਪ੍ਰਕਰਣ ਦੇ ਦੁਆਰਾ, ਜਿਵੇਂ ਕਿਸਾਨ ਖੇਤੀ ਕਰਦਾ ਹੈ ਨਾ, ਸਤਿਗੁਰੂ ਜੀ ਉਸ ਪ੍ਰਕਰਣ ਦੇ ਦੁਆਰਾ ਵੈਰਾਗਮਈ ਬਚਨ ਉਚਾਰਦੇ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰਬਾਣੀ ਦੀ ਇਸ ਵਿਚਾਰ ਨੂੰ ਸੁਣਦੇ ਹਾਂ। ਮਹਾ ਆਨੰਦ ਗੁਰ ਸ਼ਬਦ ਵਿਚਾਰ। ਗੁਰਬਾਣੀ ਦੀ ਕਥਾ ਵਿੱਚ ਬੜਾ ਹੀ ਆਨੰਦ ਹੈ। ਧੰਨ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਮਹਾ ਆਨੰਦ ਗੁਰ ਸ਼ਬਦ ਵਿਚਾਰ। ਬਹੁਤ ਆਨੰਦ ਹੈ ਇਹਦੇ ਵਿੱਚ, ਪਰ ਕੋਈ ਕਹਿੰਦੇ ਕਰੇ ਤੇ ਸਹੀ। ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਨੇ, ਆਸਾ ਮਹੱਲਾ ਪੰਜਵਾ। ਆਸਾ ਰਾਗ ਦੇ ਅੰਦਰ ਪੰਜਵੇਂ ਪਿਤਾ ਪੰਜਵੇਂ ਗੁਰੂਦੇਵ ਧੰਨ ਗੁਰੂ ਅਰਜਨ ਸਾਹਿਬ ਆਖਣ ਲੱਗੇ ਨੇ, ਜੈਸੇ ਕਿਰਸਾਨ ਬੋਵੈ ਕਿਰਸਾਨੀ। ਕਹਿੰਦੇ ਜਿਵੇਂ ਨਾ ਇੱਕ ਕਿਸਾਨ ਖੇਤ ਦੇ ਵਿੱਚ ਜਾ ਕੇ ਕਹਿੰਦੇ ਫਸਲ ਬੀਜਦਾ ਹੈ। ਕਹਿੰਦੇ ਨੇ ਬੋਵੈ ਦਾ ਮਤਲਬ ਹੁੰਦਾ ਬੀਜਣਾ। ਖੇਤ ਵਿੱਚ ਜਾ ਕੇ ਫਸਲ ਬੀਜਦਾ ਹੈ। ਕਹਿੰਦੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਕਾਚੀ ਪਾਕੀ ਬਾਢ ਪਰਾਨੀ। ਹੁਣ ਉਹ ਜਿਹੜੀ ਫਸਲ ਬੀਜੀ ਹੈ ਕਿਸਾਨ ਦੀ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਉਹਦੀ ਮਰਜ਼ੀ ਹੈ, ਕੱਚੀ ਵੱਢ ਲਵੇ ਪਾਕੀ ਪੱਕੀ ਵੱਢ ਲਵੇ। ਹੇ ਪ੍ਰਾਣਾ ਧਾਰੀ ਜੀਵ, ਇਸ ਗੱਲ ਨੂੰ ਤੂੰ ਚੇਤੇ ਕਰ ਲੈ। ਜਿਵੇਂ ਕਿਸਾਨ ਖੇਤੀ ਕਰਦਾ ਹੈ, ਫਸਲ ਬੀਜਦਾ ਹੈ, ਉਹ ਫਸਲ ਨੂੰ ਪੱਕੀ ਵੱਢ ਲਵੇ ਕੱਚੀ ਵੱਢ ਲਵੇ, ਇਹ ਉਹਦੇ ਹੱਥ 'ਚ ਹੈ। ਕਹਿੰਦੇ ਇਹ ਤੂੰ ਪਛਾਣਨਾ ਕਰ। ਹੁਣ ਗੁਰੂ ਸਾਹਿਬ ਕਹਿੰਦੇ ਨੇ ਇਸੇ ਪ੍ਰਕਾਰ ਜਿਹੜਾ ਪਰਮਾਤਮਾ ਹੈ ਇੱਕ ਕਿਸਾਨ ਦੀ ਨਿਆਈ ਹੈ। ਇਹ ਸੰਸਾਰ ਰੂਪੀ ਖੇਤ ਦੇ ਵਿੱਚ ਅਕਾਲ ਪੁਰਖ ਨੇ ਲੱਖਾਂ ਜੀਵਾਂ ਦੀ ਖੇਤੀ ਕੀਤੀ ਹੋਈ ਹੈ। ਦੁਨੀਆ ਤੇ ਕਰੋੜਾਂ ਹੀ ਜੀਵ ਨੇ, ਕਰੋੜਾਂ ਜੀਵਾਂ ਦੀ ਉਹਨੇ ਖੇਤੀ ਕੀਤੀ ਹੈ। ਜਿਵੇਂ ਇੱਕ ਕਿਸਾਨ ਪ੍ਰਤੱਖ ਕਿਸਾਨ ਆਪਣੀ ਫਸਲ ਨੂੰ ਬੀਜ ਕੇ ਕੱਚੀ ਵੱਢ ਲੈਂਦਾ ਹੈ, ਪੱਕੀ ਵੱਢ ਲੈਂਦਾ, ਇਹ ਉਹਦੀ ਮਰਜ਼ੀ ਹੈ। ਮਹਾਰਾਜ ਆਖਣ ਲੱਗੇ, ਭਾਈ ਪਰਮਾਤਮਾ ਕਿਸਾਨ ਦੀ ਨਿਆਈ ਹੈ। ਸਰੀਰ ਵਾਹਿਗੁਰੂ ਇਹ ਸੰਸਾਰ ਰੂਪੀ ਖੇਤ ਦੇ ਵਿੱਚ ਲੱਖਾਂ ਹੀ ਜੀਵਾਂ ਦੀ ਖੇਤੀ ਕੀਤੀ ਹੈ ਤੇ ਪੱਕੀ ਵੱਢੇ ਕੱਚੀ ਵੱਢੇ, ਮਹਾਰਾਜ ਕਹਿੰਦੇ ਉਹਦੀ ਮਰਜ਼ੀ ਹੈ। ਤੇ ਕਿਸਾਨ ਨੂੰ ਜਾ ਕੇ ਆਖਿਓ ਵੀ ਕੀ ਗੱਲ ਕੱਚੀ ਵੱਢ ਲਈ, ਆਖੇਗਾ ਮੇਰੀ ਮਰਜ਼ੀ ਹੈ, ਮੇਰੀ ਮਰਜ਼ੀ ਹੈ, ਮੇਰਾ ਖੇਤ ਹੈ, ਮੇਰੀ ਫਸਲ ਹੈ, ਮੇਰੀ ਮਰਜ਼ੀ ਹੈ, ਮੈਂ ਕੱਚੀ ਵੱਢ ਲਵਾਂ ਪੱਕੀ ਵੱਢ ਲਵਾਂ। ਆਖਣ ਲੱਗੇ ਨੇ ਗੁਰੂ ਅਰਜਨ ਦੇ ਮਹਾਰਾਜ ਸਮਝਾਉਂਦੇ ਨੇ, ਪਰਮਾਤਮਾ ਵੀ ਕਹਿੰਦੇ ਇਦਾਂ ਹੀ ਹੈ। ਉਹ ਕਾਲ ਪੁਰਖ ਨੂੰ ਇਹ ਨਹੀਂ ਕਹਿ ਸਕਦਾ, ਮਹਾਰਾਜ ਤੂੰ ਦੁਨੀਆ ਤੋਂ ਕਾਹਤੋਂ ਲੈ ਗਿਆ, ਹਜੇ ਤੇ ਬਚਪਨ ਸੀ ਇਹਦਾ, ਹਜੇ ਤੇ ਜਵਾਨ ਸੀ, ਮਹਾਰਾਜ ਕਾਹਤੋਂ ਲੈ ਗਿਆ ਤੂੰ। ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਐ, ਮਹਾਰਾਜ ਸਤਿਗੁਰੂ ਕਹਿੰਦੇ ਭਾਵੇਂ ਬਾਲਕ ਅਵਸਥਾ ਕੱਚੀ ਉਮਰ ਹੈ, ਪਾਤਸ਼ਾਹ ਜੀ ਕਹਿੰਦੇ ਭਾਵੇਂ ਜਵਾਨ ਅਵਸਥਾ ਰੂਪੀ ਅੱਧ ਪੱਕੀ ਫਸਲ ਹੈ, ਭਾਵੇਂ ਬੜੇਪਾ ਪੂਰੀ ਪੱਕੀ ਫਸਲ ਹੈ, ਉਹਦੀ ਮਰਜ਼ੀ ਹੈ ਕਦੋਂ ਲੈ ਕੇ ਜਾਵੇ। ਸੱਚੇ ਪਾਤਸ਼ਾਹ ਜੀ ਆਪ ਮਾਲਕ ਨੇ ਇਹ ਸੰਸਾਰ ਦੇ, ਦੀਨ ਦੁਨੀਆ ਦੇ ਮਾਲਕ ਨੇ। ਹੁਣ ਇਹ ਸੰਸਾਰ ਤੇ ਉਹਨਾਂ ਦੇ ਹੁਕਮ ਦੇ ਨਾਲ ਹੀ ਚੱਲਣਾ ਹੈ ਨਾ।
ਜਿਹੜਾ ਮਾਲਕ ਹੋਵੇ ਘਰ ਦਾ ਔਰ ਸਾਰਾ ਘਰ ਉਹਦੇ ਹੁਕਮ 'ਚ ਚੱਲਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਸੰਸਾਰ ਉਹ ਭਗਵਾਨ ਦਾ ਸਾਜਿਆ ਹੈ, ਜੀਵਾ ਰੂਪੀ ਖੇਤੀ ਕਰ ਰਿਹਾ ਹੈ, ਉਹਦੀ ਮਰਜ਼ੀ ਹੈ ਕੱਚੀ ਫਸਲ ਵੱਢ ਲਵੇ ਪੱਕੀ ਵੱਢ ਲਵੇ। ਔਰ ਕਬੀਰ ਸਾਹਿਬ ਨੇ ਤੇ ਕਹਿ ਦਿੱਤਾ, ਮਹਾਰਾਜ ਕਬੀਰ ਜੀ ਕਹਿੰਦੇ ਐਸੋ ਇਹ ਸੰਸਾਰ ਵੇਖਣਾ, ਰਹਿਣ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ, ਨਤਰਕ ਤੁਕਾ ਦਵਈ ਹੈ, ਇਹ ਬਾਰੇ ਬੁੱਢੇ ਤਰਨਾ ਪਈਆ, ਸਭ ਹੋ ਜੰਮ ਲੈ ਜਾਈ ਹੈ ਰੇ। ਮਹਾਰਾਜ ਕਬੀਰ ਜੀ ਕਹਿੰਦੇ ਇਸ ਗੱਲ ਨੂੰ ਸਮਝ ਲੈ, ਜਿਹੜਾ ਵੀ ਸੰਸਾਰ ਤੇ ਪੈਦਾ ਹੋਇਆ ਹੈ ਐਸੋ ਇਹ ਸੰਸਾਰ ਵੇਖਣਾ, ਰਹਿਣ ਨਾ ਕੋ ਪਈ ਹੈ, ਰਹਿ ਨਹੀਂ ਸਕਦਾ ਇੱਥੇ ਵਾਸਤੇ, ਬਾਰੇ ਬੁੱਢੇ ਤਰਨਾ ਪਈਆ, ਸਭ ਹੋ ਜੰਮ ਲੈ ਜਾਈ ਹੈ, ਬਾਰੇ ਬੁੱਢੇ ਤਰਨਾ ਪਈਆ, ਸਭ ਹੋ ਜੰਮ ਲੈ ਜਾਈ ਹੈ। ਬਾਰੇ ਦਾ ਭਾਵ ਹੈ ਬੱਚਾ, ਬੁੱਢੇ ਤਰਨੇ ਭਈਆ। ਹੇ ਭਾਈ ਉਹ ਮੌਤ ਬੱਚਾ ਬੁੱਢਾ ਜਵਾਨ ਨਹੀਂ ਜੇ ਵੇਖਦੀ, ਸਭੂ ਜਮ ਲੈ ਜਈ ਹੈ ਰੇ। ਮਹਾਰਾਜ ਕਹਿੰਦੇ ਸੰਸਾਰ ਦੀ ਰੀਤੀ ਹੈ, ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੋ ਘਰ ਬਾਰ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੈ, ਦ੍ਰਿਸ਼ਟਮਾਨ ਹੈ ਵੇਖਣਾ। ਇਹ ਸੰਸਾਰ ਨੂੰ ਜੋ ਤੁਸੀਂ ਵੇਖ ਰਹੇ ਹੋ ਸਭ ਆਪਣੀ ਵਾਰ, ਸਾਰੇ ਆਪੋ ਆਪਣੀ ਵਾਰੀ ਚਲੀ ਜਾ ਰਹੇ ਹੈ। ਬਹੁਤੀ ਉਮਰ ਨਹੀਂ ਲਿਹਾਜ਼ ਰੱਖਦੀ ਵੀ ਕੋਈ ਬਹੁਤੀ ਉਮਰ ਹੈ ਉਹਨੂੰ ਨਾਮ ਮਿਲ ਜਾਏਗਾ, ਨਾ ਭਾਈ। ਬਹੁਤੀ ਉਮਰ ਦਾ ਕੋਈ ਮਤਲਬ ਨਹੀਂ, ਜੋ ਤੂੰ ਉਮਰ ਦੇ ਵਿੱਚ ਕੀਤਾ ਇਸ ਗੱਲ ਇਹ ਗੱਲ ਮਹਿਣੇ ਰਖਾਉਂਦੀ ਹੈ। ਸੰਸਾਰ ਤੇ ਆ ਕੇ ਤੂੰ ਪ੍ਰਭੂ ਦੀ ਪ੍ਰਾਪਤੀ ਵਾਸਤੇ ਕੁਝ ਕੀਤਾ ਕਿ ਵਿਸ਼ੇ ਵਿਕਾਰਾਂ 'ਚ ਹੀ ਲੱਗ ਕੇ, ਦੁਨੀਆ ਦੇ ਪਦਾਰਥਾਂ 'ਚ ਸੁੱਖਾਂ 'ਚ ਹੀ ਲੱਗ ਕੇ ਅਕਾਲ ਪੁਰਖ ਨੂੰ ਭੁੱਲਿਆ ਰਿਹਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ,
ਅਕਾਲ ਪੁਰਖ ਭਗਵਾਨ ਨੂੰ ਜੋ ਚਾਹੇ ਉਹ ਕਹਿੰਦੇ ਕਰਦਾ ਹੈ। ਹਰੀ ਨਾਹੀ ਨਹਿ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਬਹੁਤਿਆ ਲਾਵੇ ਕਰ ਤਿਆਰ। ਪਰਮਾਤਮਾ ਨੇ ਲਾਵੇ ਮਜ਼ਦੂਰਾਂ ਨੂੰ ਕਹਿੰਦੇ ਹੈ। ਜਦੋਂ ਫਸਲ ਪੱਕਣ 'ਤੇ ਆ ਜਾਏ ਨਾ, ਫਿਰ ਜਿਹੜੇ ਕਿਸਾਨ ਨੇ, ਹੁਣ ਤਾਂ ਚਲੋ ਮਸ਼ੀਨੀ ਯੁੱਗ ਹੈ, ਪੁਰਾਣੇ ਸਮਿਆਂ ਦੇ ਵਿੱਚ ਮਜ਼ਦੂਰ ਇਕੱਠੇ ਕਰ ਲਏ ਜਾਂਦੇ ਸੀ ਫਸਲ ਵੱਢਣ ਵਾਸਤੇ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਭਗਵਾਨ ਨੇ ਲਾਵੇ ਤਿਆਰ ਕੀਤੇ ਨੇ, ਜਮਾ ਰੂਪੀ ਲਾਵੇ। ਇਹ ਸੰਸਾਰ 'ਤੇ ਭੇਜ ਦਿੱਤੇ ਨੇ ਮਨੁੱਖ ਨੂੰ ਲੈਣ ਵਾਸਤੇ। ਔਰ ਸੰਸਾਰ ਨੂੰ ਝੂਠ ਕਰਕੇ ਜਾਣੋ, ਸੰਸਾਰ ਨੂੰ ਦ੍ਰਿਸ਼ਟਮਾਨ ਹੈ ਵੇਖਣਾ ਸਭ ਆਪਣੀ ਵਾਰ। ਇਹ ਸੰਸਾਰ ਨੂੰ ਤੁਸੀਂ ਵੇਖ ਰਹੇ ਹੋ, ਸਭ ਆਪੋ ਆਪਣੀ ਵਾਰੀ ਚਲੇ ਜਾਣ ਵਾਲੇ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜੋ ਦਿਸੈ ਸੋ ਚਾਲਣਹਾਰ। ਇਹ ਸਭ ਕੁਝ ਤੁਸੀਂ ਵੇਖ ਰਹੇ ਹੋ, ਚਲਿਆ ਜਾਣ ਵਾਲਾ ਹੈ, ਸਦਾ ਵਾਸਤੇ ਨਹੀਂ ਰਹਿੰਦਾ ਇੱਥੇ ਕੋਈ। ਪਰ ਮਨੁੱਖ ਨੂੰ ਪਤਾ ਨਹੀਂ। ਮਹਾਰਾਜ ਕਹਿੰਦੇ, ਏਕ ਰਹਿਣ ਕੇ ਪਾਹੁਣ ਤੁਮ, ਏਕ ਰਹਿਣ ਕੇ ਪਾਹੁਣ ਤੁਮ ਆਏ, ਬਹੁਤ ਜੁਗ ਆਸ ਵਧਾਏ। ਆਸਾਂ ਤੇ ਇਉਂ ਲਾਉਂਦਾ ਵੀ ਜਿਵੇਂ ਬਹੁਤ ਜੁਗ ਰਹਿਣਾ ਹੋਵੇ ਇਹਨੇ। ਧੰਨ ਗੁਰੂ ਅਰਜਨ ਮਹਾਰਾਜ ਕਹਿੰਦੇ ਹੈ, ਏਕ ਰਹਿਣ ਕੇ ਪਾਹੁਣ ਤੁਮ ਆਏ, ਇੱਕ ਰਹਿਣ ਦਾ ਪ੍ਰਾਹੁਣਾ ਬਣ ਕੇ ਆਇਆ। ਪਰ ਐਸਾ ਮੂਰਖ ਪੁਰਸ਼ ਹੈ, ਬਹੁਤ ਜੁਗ ਆਸ ਵਧਾਏ, ਬਹੁਤ ਜੁਗਾਂ ਦੀਆਂ ਆਸਾਂ ਲੈ ਕੇ ਮਹਾਰਾਜ ਕਹਿੰਦੇ ਜਿਉਂ ਰਿਹਾ। ਜੇ ਫਰਕ ਹੈ ਨਾ ਫਿਰ ਇਹੀ ਭਗਤਾਂ ਦੇ ਵਿੱਚ। ਭਗਤ ਕਹਿ ਦਿੰਦੇ ਆ ਵੀ ਮਹਾਰਾਜ ਸਰੀਰ ਦਾ ਤੇ ਕੋਈ ਪਤਾ ਨਹੀਂ ਹੈ ਕਦੋਂ ਚਲੇ ਜਾਣਾ, ਤੂੰ ਕਿਰਪਾ ਕਰਕੇ ਆਪਣਾ ਨਾਮਦਾਨ ਬਖਸ਼, ਤੂੰ ਆਪਣੀ ਸੇਵਾ ਬਖਸ਼। ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ। ਇਹ ਭਗਤ ਮੰਗਦੇ ਐ, ਐਸੀ ਮਾਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ। ਮਹਾਰਾਜ ਮੈਨੂੰ ਸੰਤਾਂ ਦੀ ਟਹਿਲ ਬਖਸ਼ੀ, ਜਿਨ੍ਹਾਂ ਨੇ ਮਨ ਸਾਧਿਆ ਹੋਇਆ ਉਹ ਸਾਧੂ ਦਾ ਸੰਗ ਬਖਸ਼ੀ। ਤੇ ਸਾਧੂ ਦਾ ਵਚਨ ਕਮਾਉਣਾ ਵੀ ਹੁੰਦਾ। ਤੇ ਸਾਧੂ ਕੌਣ ਹੈ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ। ਉਹ ਸੰਤ ਨੇ ਅਸਲੀ। ਤੇ ਨਾਲ ਗੁਰਬਾਣੀ ਨੇ ਇਹ ਵੀ ਆਖਿਆ, ਗੱਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ ਹੋਏ, ਹਰ ਕੇ ਸੰਤ ਨਾਖੀਐ, ਬਾਨਾਰਸ ਕੇ ਠਾਕੁਰ। ਸੀ ਸੰਤ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਵਰਗੇ, ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜਿਹੜੇ ਟਕਸਾਲ ਦੇ 14ਵੇਂ ਜਥੇਦਾਰ ਹੋਏ। ਤੇ ਕਹਿੰਦੇ ਜਦੋਂ ਸੰਤ ਗਜਾ ਕਰਦੇ ਹੁੰਦੇ ਸੀ ਨਾ ਭਿੰਡਰੀ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼, ਤੇ ਉਹਨਾਂ ਨੇ ਜਦੋਂ ਗਜਾ ਲੈ ਆਉਣੀ, ਪ੍ਰਸ਼ਾਦਾ ਪਾਣੀ ਰੱਖ ਦੇਣਾ ਗੁਰਦੁਆਰਾ ਸਾਹਿਬ, ਗੁਰਦੁਆਰਾ ਖੰਡ ਪ੍ਰਕਾਸ਼ ਸਾਹਿਬ। 2 ਪ੍ਰਸ਼ਾਦੇ ਛਕਣੇ, ਬੋਰੀ ਲੈ ਕੇ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਬੋਰੀ ਲੈ ਕੇ ਬਾਰ-ਬਾਰ ਨਿਕਲ ਜਾਣਾ। ਇੱਕ ਟਾਹਲੀ ਦੇ ਥੱਲੇ ਬਹਿ ਕੇ ਮਹਾਂਪੁਰਸ਼ਾਂ ਨੇ ਸਾਰਾ ਦਿਨ ਪ੍ਰਭੂ ਦੀ ਬੰਦਗੀ ਕਰੀ ਜਾਣੀ। ਐਵੇਂ ਨਹੀਂ ਸਰੀਰ ਤੋਂ ਮੋਹ ਟੁੱਟਿਆ ਉਹਨਾਂ ਦਾ, ਛਾਤੀਆਂ 'ਚ ਗੋਲੀਆਂ ਖਾ ਲੈਣੀਆਂ ਕੋਈ ਸੌਖੀ ਬਾਤ ਨਹੀਂ, ਬੰਦ-ਬੰਦ ਕਟਵਾ ਦੇਣਾ ਕੋਈ ਸੌਖੀ ਗੱਲ ਨਹੀਂ ਜੇ, ਉਬਲਦੇ ਪਾਣੀ ਵਿੱਚ ਬਹਿ ਜਾਣਾ ਕੋਈ ਸੌਖੀ ਗੱਲ ਨਹੀਂ। ਸਾਡੇ ਝਰੀਟ ਵਾਜੇ ਤੇ 20 ਡਾਕਟਰ ਗਾਹ ਦਿੰਦੇ ਆ। ਉਹ ਐਸੇ ਮਹਾਂਪੁਰਸ਼ ਨੇ ਜਿਨ੍ਹਾਂ ਨੇ ਅਕਾਲ ਪੁਰਖ ਦੀ ਬੰਦਗੀ ਕੀਤੀ ਤੇ ਦੇਹ ਅਭਿਮਾਨ ਤੋਂ ਦੂਰ ਹੋ ਗਏ, ਸਰੀਰ ਦਾ ਮੋਹ ਹੀ ਟੁੱਟ ਗਿਆ। ਬਾਬਾ ਵਿਖ ਦੇਖਿਆ ਸੰਸਾਰ, ਇਹ ਸੰਸਾਰ ਉਹਨਾਂ ਨੂੰ ਜ਼ਹਿਰ ਵਰਗਾ ਲੱਗਿਆ ਨਾਮ ਦੇ ਕਰਕੇ। ਤੇ ਵੇਖ ਲਓ ਫਿਰ ਸ਼ਾਮ ਨੂੰ ਫੇਰ ਉਹਨਾਂ ਨੇ ਗਾਇਆ ਕਰਨੀ, ਜਦੋਂ ਮਹਾਂਪੁਰਸ਼ ਭਿੰਡਰੀ ਰਹਿੰਦੇ ਹੁੰਦੇ ਸੀ। ਐਸੇ ਸੰਤ ਨੇ ਉਹ ਸੰਤ ਗਿਆਨੀ ਜਰਨੈਲ ਸਿੰਘ। ਤੇ ਉੱਥੇ ਗੁਰਬਾਣੀ ਨੇ ਇਹ ਵੀ ਆਖਿਆ ਵੀ ਪੂਰਾ ਜੇ ਸੰਤ ਮਿਲ ਜੇ ਪੱਲਾ ਫੜ ਲਈ,
जे किते अधूरा मिले, महाराज कहते संत मिले किछ सुनिए कहीए, मिलया संत मस्त कर रही है। जे कोई पूरा संत मिले तो बचन बलास कर ली, जे कहते कोई असंत मिले अधूरा फिर चौपी कर दी। महाराज कहते इउं गुरबाणी कहती है। भगतां दे मन दे इच्छा, मन दे अंदर इच्छा यही है, ऐसी मांग गोबिंद दे, टहल संतन की संग साधु का। महाराज सच्चे पातशाह दे बचन ने, धन गुरु अर्जन साहिब दे। संसारी लोग ते फिर दुनियावी पदार्थ मंगते है, भगत मंगते है महाराज मुक्ति मिल जाए, महाराज तेरे विच लीन हो जा, ऐसी उन्हां दी इच्छा हुंदी है। गुरु अर्जन दे महाराज समझाउंदे ने, आखण लगे ने परमात्मा ने ओ जामदूत रूपी लावेआं नूं तैयार कीता है। मजदूरां नूं लावे कहिंदे ने। फसल वड्ढण चले गए दात लैके, लै लै दात पहुँचया, लावे कर तैयार। धन गुरु अर्जन साहिब कहते अकाल पुरख ने भेज दिते संसार ते। हुण जिन्हों लैण वास्ते भेजिया है अकाल पुरख ने, उन्होंने कहते फिर जाना पैंदा। धन गुरु अर्जन साहिब महाराज का बचन है। सच्चे पातशाह जी कहते हैं, ना धन पुछी ना मता पकाया। ये सच्चे पातशाह का बचन है। किसी तो पूछया नहीं, इनू लै जाइए, आई आ गया पिरहों बुलाया, ना धन पुछी ना मता पकाया। मारू सोलियां दे विच आउंदा है पवित्र बचन। इस जग में कोई रहन ना पाए, संसार दे विच कोई रहन वाला नहीं है। हुण दुनिया ते आके करना की है, गुरु साहिब ये समझाउंदे है सच्चे पातशाह। महाराज कहंदे जो जन्मै सो जन हो मूआ, जेड़ा भी जन्म लेके आ गया ना भाई, सो जन हो मूआ, उन्होंने मरिया होया ही समझो। माँ कहती है मेरा पुत्र वड्डा हो रहा, जननी जान तो सत वड्डा होत है, इतना कू ना जाने जे दिन दिन अवध घटता है। ये नहीं कहती भी ये दिनों दिन मौत के मूँह च जा रहा, दिनों दिन इसकी उम्र घट रही है। महाराज कहते माँ इउं कहती है मेरा पुत्र वड्डा हो रहा, जननी जान तो सत वड्डा होत है। महाराज भगत कबीर साहिब जी कहते हैं श्री राग दे अंदर, पहला राग है गुरु ग्रंथ साहिब जी का, इतना को ना जाने ये नहीं जानती जे दिन दिन अवध घटता है। क्योंकि आप धारणा पढ़ी है ना, बारे बूढ़े तरने भैया सबहू जम लै जई है। सतगुरु ने नहीं वेखना, बालक बिरध ना जाननी दौड़ निहेत प्यार। क्योंकि साड़ी चीज़ नहीं है, ये अकाल पुरख की वस्तु है, जिसकी वस्तु सोई ले जाएगा। सो जदों इस गल का सानू ज्ञान आ गया, भरोसा आ गया, बा फिर संसार दे विच कोई चिंता नहीं रहेगी। महाराज कहते चिंता ताकि कीजिए जो अनहोनी होए। चिंता तो उहदी करी दी है ना जिहड़ी किसी दे नाल ना हुई होवे, ये तो सारियां नाल ही होनी है। महाराज कहते हैं यह मार्ग संसार को नानक थिर नहीं कोई। इस करके महाराज कहते सो जन्मै सो जन हो मूआ, जो जन्मै सो जन हो मूआ, जेड़ा भी जमया है उन्होंने कहते मरिया होया ही जानो। कोई पता नहीं आई तलब गोपाल राय की, माया मंदिर छोड़ चले। जदों भगवान की चिट्ठी आ जाए आखण लगे ने फिर जाना ही पैंदा। हुण गुरु साहिब नूं सवाल किया सच्चे पातशाह, ये दुनिया तो ते सारी तुरे जा रहे हैं, महाराज केड़ा रहिंदा इत्थे, संसार ते रहन वाला कौन है? धन गुरु अर्जन साहिब कहते ने गोविंद भगत आस्थर है थिया, परमात्मा ते ओदे भगत सदा रहन वाले ने। सारी दुनिया ने चले जाना आ, दो जने महाराज कहते सदा वास्ते रहिंदे है। गोविंद गो कहते ने धरती नूं, बिंद कहते आसरा देण वाला, रखिया करन वाला, जिहड़ा धरती नूं आसरा दे रहा। हुण ध्यान दिओ, आ बिल्डिंग दरबार साहिब काहदे ते खड़ा आ? थम्मां ते, थम्मां ते खड़ा है ना। ते गुरु गोबिंद सिंह महाराज कहते है, सच्चे पातशाह कहते अकाल पुरख की लीला ऐसी है
ਬਿਨ ਥੰਮਾ ਗਗਨ ਰਹਾਇਆ। ਚੰਡੀ ਦੀ ਵਾਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ, ਸਾਡੇ ਸਾਰਿਆਂ ਦੇ ਮਕਾਨ ਕੰਧਾਂ ਤੇ ਖੜੇ ਐ, ਥੰਮਾਂ ਤੇ ਖੜੇ ਆ, ਸਪੋਰਟ ਲਾਉਣੀ ਪੈਂਦੀ ਹੈ ਥੱਲੇ। ਪਰ ਅਕਾਲ ਪੁਰਖ ਦੀ ਲੀਲਾ ਐਸੀ ਹੈ, ਬਿਨਾਂ ਥੰਮਾਂ ਤੋਂ ਗਗਨ ਖੜਾ ਕੀਤਾ ਹੋਇਆ ਹੈ। ਇਹ ਧਰਤੀ ਨੂੰ ਬਿਨਾਂ ਥੰਮਾਂ ਤੋਂ ਖੜਾ ਕੀਤਾ ਹੋਇਆ ਹੈ। ਆਖਣ ਲੱਗੇ ਨੇ ਬਿਨ ਥੰਮਾਂ ਗਗਨ ਰਹਾਇਆ। ਐਸੀ ਅਕਾਲ ਪੁਰਖ ਦੀ ਲੀਲਾ ਹੈ, ਐਸੇ ਉਹਦੇ ਕੌਤਕ ਨੇ। ਕਹਿੰਦੇ ਇਸ ਕਰਕੇ ਉਹਦਾ ਨਾਮ ਗੋਬਿੰਦ ਪੈ ਗਿਆ। ਪਰਮਾਤਮਾ ਦਾ ਨਾਮ ਗੋਬਿੰਦ ਤਾਂ ਪਿਆ, ਉਹ ਧਰਤੀ ਨੂੰ ਆਸਰਾ ਦੇਣ ਵਾਲਾ। ਦੂਜਾ ਅਰਥ ਇਹ ਹੈ, ਗੋ ਨਾਮ ਹੈ ਵੇਦਾਂ ਦਾ, ਵੇਦਾਂ ਨੂੰ ਜਾਣਨੇ ਵਾਲਾ। ਹੁਣ ਗੁਰੂ ਸਾਹਿਬ ਕਹਿੰਦੇ ਨੇ ਭਗਤ ਤੇ ਗੋਬਿੰਦ ਇਹ ਦੋ ਜਾਣੇ ਸਦਾ ਵਾਸਤੇ ਰਹਿੰਦੇ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਇਹ ਸਦਾ ਵਾਸਤੇ ਰਹਿਣ ਵਾਲੇ ਹੈ। ਅਸਥਰ ਹੈ ਥੀਆ। ਮਹਾਰਾਜ ਕਹਿੰਦੇ ਜਿਹੜੇ ਭਗਤ ਨੇ ਇਹ ਜੰਮਣ ਮਰਨ ਤੋਂ ਰਹਿਤ ਹੈ, ਅਕਾਲ ਪੁਰਖ ਜੰਮਣ ਮਰਨ ਤੋਂ ਰਹਿਤ ਹੈ। ਤਾਂ ਕਰਕੇ ਬਾਣੀ ਨੇ ਆਖਿਆ ਜਨਮ ਮਰਨ ਦੋਹ ਮੈਂ ਨਾਹੀ। ਇਹ ਜੰਮਣ ਮਰਨ ਤੋਂ ਰਹਿਤ ਹੁੰਦੇ ਹੈ ਭਾਈ। ਰਹਾਓ, ਮਹਾਰਾਜ ਰਹਾਓ ਦਾ ਵਿਸ਼ਰਾਮ ਦੇ ਕੇ ਅੱਗੇ ਬਚਨ ਕਰਦੇ ਹੈ। ਦਿਨ ਤੇ ਸਰ ਪਰ ਪੌਸੀ ਰਾਤ। ਮਹਾਰਾਜ ਕਹਿੰਦੇ ਦਿਨ ਤੋਂ ਬਾਅਦ ਜਿਵੇਂ ਰਾਤ ਆਉਂਦੀ ਹੈ, ਜਦੋਂ ਦਿਨ ਚੜ੍ਹਿਆ ਛਿਪ ਗਿਆ, ਫਿਰ ਕਹਿੰਦੇ ਰਾਤ ਦਾ ਸਮਾਂ ਆਉਂਦਾ। ਰੈਣ ਗਈ ਫਿਰ ਹੋਏ ਪ੍ਰਭਾਤ। ਮਹਾਰਾਜ ਕਹਿੰਦੇ ਜਦੋਂ ਰੈਣ ਆਈ, ਸਤਿਗੁਰੂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਰੈਣ ਫਿਰ ਚਲੀ ਗਈ, ਰਾਤ ਚਲੀ ਗਈ, ਫਿਰ ਹੋਏ ਪ੍ਰਭਾਤ। ਮਹਾਰਾਜ ਕਹਿੰਦੇ ਫਿਰ ਦਿਨ ਚੜ੍ਹ ਗਿਆ। ਔਰ ਇਸੇ ਤਰ੍ਹਾਂ ਹੀ ਜੀਵ ਦਾ ਕੰਮ ਹੈ। ਦੁਨੀਆ ਤੇ ਆਇਆ, ਚਲਿਆ ਗਿਆ, ਕੋਈ ਚਲਿਆ ਗਿਆ, ਕੋਈ ਆ ਗਿਆ। ਇਹੀ ਹੁੰਦਾ ਨਾ। ਕੋਈ ਅੱਜ ਮਾਤਾ ਜੀ ਦਾ ਭੋਗ ਪੈ ਰਿਹਾ ਤੇ ਸੰਸਾਰ ਦੇ ਵਿੱਚ ਹੋਰਾਂ ਨੇ ਜਨਮ ਲਿਆ। ਪਤਾ ਨਹੀਂ ਕਿੰਨਿਆਂ ਦੇ ਅੱਜ ਭੋਗ ਪੈ ਰਹੇ ਹੈ, ਕੋਈ ਪਤਾ ਨਹੀਂ ਕਿੰਨੇ ਕੁ ਜੰਮ ਰਹੇ ਹੈ। ਗੁਰੂ ਜੀ ਕਹਿੰਦੇ ਹੈ, ਮਹਾਰਾਜ ਜੀ ਕਹਿੰਦੇ ਨੇ, ਪੰਜਵੇਂ ਗੁਰੂਦੇਵ ਕਹਿੰਦੇ ਨੇ, ਇਸੇ ਪ੍ਰਕਾਰ ਬਾਲਕ ਅਵਸਥਾ ਰੂਪੀ ਦਿਨ ਚੜ੍ਹਿਆ, ਦਿਨ ਤੋਂ ਬਾਅਦ ਕਹਿੰਦੇ ਰਾਤ ਆਈ ਹੈ ਜਵਾਨੀ ਦੀ। ਹੁਣ ਧਿਆਨ ਦਿਓ ਇੱਥੇ, ਜਵਾਨੀ ਨੂੰ ਰਾਤ ਦੇ ਨਾਲ ਕਿਉਂ ਤੁਲਨਾ ਕੀਤੀ ਗਈ ਹੈ? ਜਵਾਨੀ ਦੀ ਜਿਵੇਂ ਰਾਤ ਦੇ ਹਨੇਰੇ ਵਿੱਚ ਕੁਝ ਥਿਆਉਂਦਾ ਨਹੀਂ ਹੈ, ਦਿਸਦਾ ਨਹੀਂ ਹੈ। ਗੁਰੂ ਸਾਹਿਬ ਆਖਣ ਲੱਗੇ ਨੇ ਜਵਾਨੀ ਐਸੀ ਰਾਤ ਹੈ, ਇਹਦੇ ਵਿੱਚ ਮਨੁੱਖ ਨੂੰ ਧਰਮ ਕਰਮ ਭੁੱਲ ਜਾਂਦੇ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ। ਜਵਾਨੀ ਦੇ ਵਿੱਚ ਆ ਕੇ ਕਾਲ ਪੁਰਖ ਭੁੱਲ, ਵਿਸ਼ੇ ਹੀ ਭੋਗਦਾ ਰਹਿੰਦਾ, ਵਿਸ਼ੇ ਭੋਗਦਾ ਰਹਿੰਦਾ ਹੈ। ਤੇ ਜਿਹੜਾ ਨਾਮ ਜਪਣ ਵਾਲਾ ਅਭਿਆਸੀ ਹੈ, ਨਾਮ ਜਪਣ ਵਾਲਾ ਜਿਹਨੇ ਅਭਿਆਸ ਕਰਨਾ ਨਾਮ ਦਾ, ਤੇ ਉਹਦੇ ਵਾਸਤੇ ਸੁਚਮਤਾ ਰੱਖਣੀ ਔਰ ਜਤ ਸਤ ਵਿੱਚ ਕਾਇਮ ਰਹਿਣਾ, ਕਈ ਸਾਲ ਬ੍ਰਹਮਚਰਜ ਧਾਰ ਕੇ ਰੱਖਣਾ। ਜਿਹਨੇ ਨਾਮ ਦਾ ਅਭਿਆਸ ਕਰਨਾ ਹੈ, ਜਿਹਨੇ ਬਾਣੀ ਪੜ੍ਹਨੀ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਜੇ ਕਿਤੇ ਘਰ ਜਾਂਦੇ ਸੀ ਨਾ, ਸਿੰਘਾਂ ਨੂੰ ਨਾਲ ਲੈ ਕੇ ਜਾਂਦੇ ਸੀ। ਰਾਤ ਨਹੀਂ ਸੀ ਰਹਿੰਦੇ, ਮੁੜ ਆਉਣਾ। ਐਸਾ ਉਹਨਾਂ ਦਾ ਜਤ ਸਤ ਸੀ ਮਹਾਂਪੁਰਸ਼ਾਂ ਦਾ। ਐਵੇਂ ਨਹੀਂ, ਬ੍ਰਹਮ ਦਾ ਗਿਆਨ ਉਹਨਾਂ ਨੂੰ ਪ੍ਰਾਪਤ ਹੋਇਆ। ਸਭ ਕੁਝ ਮਿਲਦਾ ਭਾਈ, ਸਭ ਕੁਝ ਪ੍ਰਾਪਤ ਹੁੰਦਾ, ਪ੍ਰਮਾਤਮਾ ਦੀ ਪ੍ਰਾਪਤੀ ਤੱਕ ਹੋ ਜਾਂਦੀ ਹੈ ਉਹਨਾਂ ਨੂੰ। ਪਰ ਇਹ ਸ਼ਰਤਾਂ ਨੇ ਅਕਾਲ ਪੁਰਖ ਦੀਆਂ, ਇਹ ਗੁਰੂ ਨਾਨਕ ਸਾਹਿਬ ਦੀਆਂ ਸ਼ਰਤਾਂ ਨੇ। ਹੁਣ ਗੁਰੂ ਅਰਜਨ ਸਾਹਿਬ ਨੇ ਜਵਾਨੀ ਦੀ ਤੁਲਨਾ ਰਾਤ ਨੂੰ ਕੀਤੀ ਹੈ। ਜਵਾਨੀ ਦੀ ਤੁਲਨਾ ਰਾਤ ਦੇ ਨਾਲ ਕੀਤੀ ਹੈ। ਜਿਵੇਂ ਰਾਤ ਦੇ ਹਨੇਰੇ ਵਿੱਚ ਕੁਝ ਨਹੀਂ ਥਿਆਉਂਦਾ, ਕੁਝ ਦਿਸਦਾ ਨਹੀਂ। ਮਹਾਰਾਜ ਕਹਿੰਦੇ ਜਵਾਨੀ ਦੇ ਵਿੱਚ ਜਿਹੜਾ ਮਨੁੱਖ ਹੈ, ਇਹ ਮਾਣ ਦੇ ਵਿੱਚ ਤੁਰਿਆ ਫਿਰਦਾ, ਮੇਰੇ ਵਰਗਾ ਕੋਈ ਜਵਾਨ ਨਹੀਂ ਜੇ, ਮੇਰੇ ਵਰਗਾ ਕੋਈ ਸੁੰਦਰ ਨਹੀਂ। ਪਰਮੇਸ਼ਰ ਨੂੰ ਭੁੱਲਿਆ ਫਿਰਦਾ ਇਹ ਕਹਿੰਦੇ, ਤੇ ਰੱਬ ਭੁੱਲ ਗਿਆ ਤੇ ਮਹਾਰਾਜ ਕਹਿੰਦੇ ਫਿਰ ਰੋਗ ਲੱਗਦੇ ਐ। ਪਰਮੇਸ਼ਰ ਨੂੰ ਭੁੱਲਣਾ ਹੀ ਰੋਗ ਲੱਗਦੇ ਐ। ਜਿਨ੍ਹਾਂ ਦਾ ਮਨ ਰੋਗੀ ਹੈ ਉਹਨਾਂ ਦਾ ਤਨ ਵੀ ਰੋਗੀ ਹੋਵੇਗਾ। ਜਿਨ੍ਹਾਂ ਦਾ ਮਨ ਰੋਗੀ ਹੈ
मन कहता चोरी कर, ते तन चोरी करदा, फिर तन सजा भोगदा, दुखी हो गया ना। मन अंदर काम वासना बहुत है, फिर तन है जेड़ा ये जा जा के फिर काम विषय भोगदा, रोगी हो गया। सो इस करके महाराज धन गुरु अर्जन साहब कहते जिन्हां दा मन रोगी है उन्हां दा तन भी रोगी होवेगा, तन भी रोगी। और जवानी की अवस्था तो ऐसी है, ये महाराज कहते कोई विरला ही है जिहड़ा बंदगी करदा। महाराज कहते नहीं तो सारे ही भुले, जिवें अज दा समा आ, कोई नशियां च लग्या होया, कोई विषय भोग रहा, किसी नूं काल पुरख याद नहीं है। पर यह ब्रह्म प्याला खसम का जय पावै तै दे। जिस पुरुष दे कर्म उच्चे है, कर्म चंगे है, वो जवानी दे विच महाराज गुरु नानक साहब नूं ध्याउंदा। तो नहीं तो भाई उमरां लंघ जांदियां ने, कदे भी रब चेते नहीं आउंदा। सच्चे पातशाह जी आउं समझाउंदे आ धन गुरु अर्जन साहब, कहंदे जवानी विच इहदे च ताकत सी, ये भजन कर सकदा सी, ये नाम नूं ध्या सकदा सी, पर कीती नहीं। लाहा किन्ना ने लिया? संत ज्ञानी जरनैल सिंह पिंडरां वालियां ने। जवान अवस्था विच रह के गजा भी करनी ते कई कई घंटे जाप भी करी जाना, जवानी का लाहा लिया, क्योंकि ताकत है। हुण जिन्ना टाइम मर्जी बैठा रहे जवानी दे विच 2 घंटे 3 घंटे प्रभु नूं ध्याई चल। पर सतगुरु कहंदे अज्ञानता का हनेरा इहदे मन ते पै गया, ये मान करन लग गया जवानी का, इहने सुंदर स्वरूप का मान कर लिया, इहने मान कर लिया भी मेरे च ताकत बहुत है। पर यह नहीं पता महाराज कहंदे खिनमय होए जाए पसमंत, एक क्षण दे विच तू मिट्टी हो जाना, काहदा तू मान करदा। ते जे जवानी विच माया आ जाए ना ते बस फिर पैर नहीं थल्ले लगदे धरती ते, फिर ते 4 गिट्ठां उपर ही तुरया फिरदा। ये गुरु ग्रंथ साहिब कहंदे है, महाराज कहंदे कहा नर गर्भ सथोरी बात, मन दस नाज टका 4 गांठी, एडो टेडो जात। आकड़ के तुरदा फिर महाराज कहंदे, जे किते नूं माया मिल जे, अनाज मिल जे, मन दस नाज टका 4 गांठी, एडो टेडो जात। कहाँ नर गर्भ सथोरी बात, माटी का पूतरा कैसे नचत है। माया दे विच मिट्टी दा पुतला नचदा फिरदा, विषयां दे विच मिट्टी दा पुतला महाराज कहंदे नचदा फिरदा है। देखै देखै सुने बोले बोले दौड़िओ फिरदा है, भज्जिया ही फिरदा महाराज कहंदे ने। ये जीव की दशा है। तो महाराज कहंदे वेखी किते मान ना कर लई, क्योंकि खिनमय होए जाए पसमंत। एक क्षण दे विच महाराज तेनू भस्म करन दी ताकत रखदा। वो काल पुरख है ना जेड़ा, एक क्षण दे विच। इस करके छड्ड दे मना मान जोगण ते निखानी दा, छड्ड दे मान जोगण ते निखानी दा, छड्ड दे
भाई धन गुरु अर्जन देव महाराज कहते काहदा मान है। सच्चे पातशाह कहते खिन में होए जाए पसमंत, किसे ना बधे आप हंकारी धर्म राए तिस करे खुआरी। दुखी करदा फिर धर्मराज जिहड़ा आपदे हंकार विच रहे। किसे ना बधे आप हंकारी धर्म राए तिस करे खुआरी। बहुत फिर दुख दिंदा। खुआरी का मतलब दुखी होना। तुसीं सुखमणी साहिब पढ़ते सुनते होवोगे, उहदे विच आया है। महाराज गुरु अर्जन साहिब कहते ने, पातशाह जी कहते ने बालक रूपी बालक अवस्था रूपी दिन चढ़िया, जवानी की रात आ गई। जिवें रात के समय कुछ दिसदा नहीं है आखण लगे ने, इसे तरह जिहड़ा पुरुष जवानी विच आ जाए ना, फिर उहनूं नाम जपना, सेवा करनी, प्रभु की बंदगी करनी है चंगी नहीं लगदी। कहंदे ये दिसदी नहीं है, उदों फिर विषे विखदे आ इहनूं। महाराज कहंदे उदों फिर इहनूं कच्चा धन विखदा। काचा धन संचे मूर्ख गवार। महाराज कहते इनू कच्चा धन दिसदा। कच्चे धन नूं ही पक्का धन समझी बैठा। कच्चा धन किनू कहते हैं? संसार की माया कह लो, विषय विकार कह लो, ये कच्चा धन है। काचा धन संचे मूर्ख गवार। धन गुरु अमरदास पिता जी के बचन ने। तीजे गुरु साहिब महाराज धनासरी राग के अंदर बचन करते हैं। महाराज सतगुरु कहते भाई जवानी अवस्था रूपी रात ये पै गई, इनू दिसदा कख नहीं है। विकारां दे विच अन्ना हो जाता, सुखां साधना विच पै के अन्ना हो जाता। कोई चंगा कर्म ही नहीं करता, चंगा धर्म ही नहीं कमाउंदा। महाराज कहते ये तो बाबा फरीद जी ने जिहड़ी छोटी उम्र ही बंदगी नाल लग गए। ये तो भगत प्रहलाद जी ने, भगत ध्रुव जी ने, जिन्हों ने छोटी उम्रे ही सतगुरां नूं ध्याना किया। महाराज आखण लगे ने, कहते फिर जदों जवानी रूपी रात चली गई, फिर बड़ेपा रूपी दिन चढ़दा। इउं महाराज कहते चक्कर चली जा रहा है संसार ते। अगे कहते माया मोहे सोए रहे आ भागे। माया की नींद विच मनुख सुता पिया है। माया किनू कहंदे ने? नोटां नूं माया नहीं आखिया, पर हाँ जे इहदे करके भुलदा तो यह भी माया ही है। फिर माया की डेफिनेशन की है? यह माया जित हर विसरै मोह भजै भाओ दूजा लाया। उहनूं माया कहंदे आ जिस करके तू काल पुरख नूं भुल जे। घर परिवार करके भुलिया होया माया है, जॉब करके भुलिया होया माया है। माया है तेरे ते पै गई। इस करके सच्चे पातशाह धन गुरु अर्जन देव महाराज समझाउंदे ने। सतगुरु जी कहते माया ते मोह की नींद विच सुता होया। माया ते मोह की नींद विच। माया ममता मोहनी जनमन दंता जग खाया। माया ते ऐसी है सारियां नूं मोह लैंदी है। जिहड़ा भी संसार ते आ गया मोह लिया। पर गुरु साहब हुण इत्थे बचन करदे है। महाराज कहते जैसी अगन उधर मैं तैसी बाहर माया। ठीक है तू माता दे 9 महीने पेट विच रहा, माया माता दे गर्भ दे विच, उथे तू हुण देखो गुरु साहब कहंदे है माता दे गर्भ दे विच अग इन्नी प्रचंड हुंदी है, इन्नी अग बलदी है। सच्चे पातशाह कहते उदों फिर बच्चा तड़फदा अग दे नाल। ज्यों ज्यों नूं सेक लगदा त्यों त्यों हरि दे नाम नूं ध्याउंदा। नाम दे प्रताप करके सतगुरु आखण लगे ने ओ माता दे गर्भ दी अगनी ने तैनूं साड़िया नहीं। मास दा तू लोथड़ा सी, एक फुल वर्गा तेरा शरीर सी, कोमल फुल वर्गा। पर सतगुरु कहते तू पुट्ठा लड़ करिया सी। धन गुरु अर्जन साहिब कहते मुख तले पैर उपरे वसंदो कोथड़े थाए। नानक सो धनी क्यों वसारे हो उधर
ਦਿਸਦਾ ਜਿਹੜੇ ਨਾਮ ਕਰਕੇ ਤੇਰਾ ਉਧਾਰ ਹੋਇਆ। ਮਹਾਰਾਜ ਕਹਿੰਦੇ ਉਹ ਨਾਮ ਨੂੰ ਭੁੱਲ ਗਏ। ਜਿਵੇਂ ਮਾਤਾ ਦੇ ਗਰਭ ਦੇ ਵਿੱਚ ਅੱਗ ਬਲ ਰਹੀ ਸੀ, ਉਥੇ ਨਾਮ ਦੇ ਪ੍ਰਤਾਪ ਕਰਕੇ ਤੂੰ ਬਚਿਆ ਰਿਹਾ। ਨਾਮ ਦੇ ਪ੍ਰਤਾਪ ਕਰਕੇ ਤੇ ਕਈ ਗਰਭ ਵਿੱਚ ਹੀ ਗਲ ਜਾਂਦੇ ਐ ਭਾਈ। ਕੀਤੇ ਗਰਭ ਗਲੇ, ਗਰਭ ਦੇ ਮਾਂ ਦੇ ਗਰਭ ਦੇ ਵਿੱਚ ਹੀ ਗਲ ਜਾਂਦੇ ਐ, ਭਸਮ ਹੋ ਜਾਂਦੇ ਐ, ਜਨਮ ਹੀ ਨਹੀਂ ਹੁੰਦਾ ਕਈਆਂ ਦਾ। ਤੋ ਸਤਿਗੁਰੂ ਜੀ ਕਹਿੰਦੇ ਆ ਨਾਮ ਦੇ ਕਰਕੇ ਮਾਤ ਗਰਭ ਤੁਮ ਹੀ ਪ੍ਰਤਪਾਲਕ, ਮ੍ਰਿਤ ਮੰਡਲ ਇੱਕ ਤੂੰ ਹੀ, ਰਸਨਾ ਜਪਤੀ ਤੂੰ ਹੀ ਤੂੰ ਹੀ। ਮਹਾਰਾਜ ਦੇ ਬਚਨ ਨੇ ਗੁਰੂ ਅਰਜਨ ਸਾਹਿਬ ਦੇ, ਰਸਨਾ ਜਪਤੀ ਤੂੰ ਹੀ, ਮਾਤ ਗਰਭ ਤੁਮ ਹੀ ਪ੍ਰਤਪਾਲਕ। ਮਾਤਾ ਦੇ ਗਰਭ ਦੇ ਵਿੱਚ ਰੱਖਿਆ ਕੀਤੀ ਹੈ ਤੇਰੀ ਕਾਲ ਪੁਰਖ ਨੇ। ਗਰਭ ਅਗਣ ਮਹਿ ਜਨਹਿ ਉਬਾਰਿਆ। ਸਤਿਗੁਰੂ ਨੇ ਕਿਰਪਾ ਕੀਤੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਹੈ ਜਿਹੜੀ ਅੱਗ ਮਾਤਾ ਦੇ ਗਰਭ ਵਿੱਚ ਸੀ, ਉਹੀ ਅਗਣੀ ਬਾਹਰ ਹੈ। ਜੈਸੀ ਅਗਣ ਉਦਰ ਮੈਂ ਤੈਸੀ ਬਾਹਰ ਮਾਇਆ। ਜਿਹੜੀ ਅੱਗ ਅੰਦਰ ਸੀ ਉਹੀ ਕਹਿੰਦੇ ਬਾਹਰ ਹੈ। ਉਥੇ ਤੂੰ ਨਾਮ ਦੇ ਪ੍ਰਤਾਪ ਕਰਕੇ ਬਚਿਆ ਰਿਹਾ, ਨਹੀਂ ਤੈਨੂੰ ਮਾਂ ਦੀ ਗਰਭ ਦੀ ਅਗਨੀ ਨੇ ਸਾੜ ਦੇਣਾ ਸੀ। ਪਾਤਸ਼ਾਹ ਜੀ ਕਹਿੰਦੇ ਨੇ, ਔਰ ਵੇਦ ਗ੍ਰੰਥ ਕਹਿੰਦੇ ਹੈ, ਉਹ ਸਮੇਂ ਤੇ ਜਦੋਂ ਬੱਚਾ ਗਰਭ ਵਿੱਚ ਹੁੰਦਾ, ਉਹ ਸਮੇਂ ਤੇ ਮਾਤਾ ਦੇ ਖਾਧੇ ਹੋਏ ਰੋੜ ਵੀ ਭਸਮ ਹੋ ਜਾਂਦੇ ਹੈ। ਉਦੋਂ ਅਗਨੀ ਪ੍ਰਚੰਡ ਹੋ ਜਾਂਦੀ ਹੈ ਬਹੁਤੀ। ਮਹਾਰਾਜ ਸਤਿਗੁਰੂ ਕਹਿੰਦੇ ਮਾਤਾ ਦੇ ਗਰਭ ਵਿੱਚ ਤੇਰਾ, ਪਾਤਸ਼ਾਹ ਕਹਿੰਦੇ ਜਨਮ ਹੋਇਆ ਇੱਕ ਨਾਮ ਦੇ ਪ੍ਰਤਾਪ ਕਰਕੇ, ਨਾਮ ਦੇ ਪ੍ਰਤਾਪ ਕਰਕੇ। ਹੁਣ ਗੁਰੂ ਸਾਹਿਬ ਕਹਿੰਦੇ ਹੈ ਉਹ ਅਗਨੀ ਤੈਨੂੰ ਸਾੜ ਨਹੀਂ ਸਕੀ। ਇਹੀ ਕਹਿੰਦੇ ਅੱਗ ਬਾਹਰ ਬਲ ਰਹੀ ਹੈ, ਤੈਸੀ ਬਾਹਰ ਮਾਇਆ। ਇਹੀ ਮਾਇਆ ਦੀ ਅੱਗ ਬਾਹਰ ਬਲਦੀ ਹੈ। ਤਾਂ ਹੀ ਤੇ ਸਤਿਗੁਰੂ ਕਹਿੰਦੇ ਹੈ ਮਹਾਰਾਜ ਜਗਤ ਜਲੰਦਾ ਰੱਖ ਲੈ। ਸੰਸਾਰ ਸੜ ਰਿਹਾ, ਇਹ ਸੰਸਾਰ ਸੜ ਰਿਹਾ ਵਿਕਾਰਾਂ ਦੀ ਅੱਗ ਵਿੱਚ। ਇਹ ਮਾਇਆ ਦੀ ਅੱਗ ਦੇ ਵਿੱਚ ਸੰਸਾਰ ਬਲ ਰਿਹਾ ਏ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਸੱਚੇ ਪਾਤਸ਼ਾਹ ਆਪਣਾ ਨਾਮ ਰੂਪੀ ਪਾਣੀ ਦੇ ਕੇ ਬਚਾ ਲੈ। ਇਹ ਮਹਾਰਾਜ ਦੇ ਬਚਨ ਨੇ। ਗੁਰੂ ਸਾਹਿਬ ਸਮਝਾਉਂਦੇ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਾਇਆ ਦੀ ਅਗਨੀ ਤੋਂ ਕਿਵੇਂ ਬਚੇਗਾ? ਨਾਮ ਦੇ ਪ੍ਰਤਾਪ ਕਰਕੇ। ਨਹੀਂ ਤੇ ਭਾਈ ਇਹ ਐਸੀ ਮਾਇਆ ਦੀ ਅਗਨੀ ਹੈ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਆਵੇ। ਐਸਾ ਮੋਹ ਦਾ ਚਿੱਕੜ ਹੈ, ਐਸਾ ਮੋਹ ਦਾ ਚਿੱਕੜ ਹੈ। ਹਜੇ ਵੀ ਵਿਸ਼ਿਆਂ ਨਾਲ ਮੋਹ ਕਰਨਾ। ਮਹਾਰਾਜ ਸਤਿਗੁਰੂ ਕਹਿੰਦੇ ਐਸਾ ਮੋਹ ਦਾ ਚਿੱਕੜ ਹੈ, ਤੇਰੇ ਪੈਰ ਨਹੀਂ ਚੱਲਦੇ। ਹਮ ਦੇਖਾ ਜਪ ਤਪ ਕਾ ਬੰਧ ਬੇੜਲਾ, ਜਿਤ ਲੰਘੈ ਵਹੇਲਾ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਨਾਮ ਦਾ ਜਪ ਕਰਿਆ ਕਰ, ਉਹਦੀ ਸੇਵਾ ਦਾ ਤਪ ਕਰਿਆ ਕਰ, ਜਿਸ ਕਰਕੇ ਮਹਾਰਾਜ ਕਹਿੰਦੇ ਤੂੰ ਸੌਖਾ ਲੰਘ ਜਾਵੇਂ, ਸੌਖਾ ਲੰਘ ਜਾਵੇਂ। ਪ੍ਰਤੱਖ ਨਦੀ ਨੂੰ ਪਾਰ ਕਰਨਾ ਏ ਤੇ ਬੇੜੀ ਜਹਾਜ਼ ਚਾਹੀਦਾ। ਮਹਾਰਾਜ ਸਤਿਗੁਰੂ ਕਹਿੰਦੇ ਐ ਗੁਰੂ ਰੂਪੀ ਮਲਾ, ਉਹਦੇ ਨਾਮ ਰੂਪੀ ਬੇੜੀ ਵਿੱਚ ਚੜ ਜਾ। ਸਤਿਗੁਰ ਮਹਾਰਾਜ ਕਹਿੰਦੇ ਨਾ ਸਰਵਰ ਨਾ ਉਛਲੈ। ਮਹਾਰਾਜ ਦੇ ਬਚਨ ਨੇ, ਜਬ ਤਬ ਕਾ ਬੰਧ ਬੇੜਲਾ, ਜਤ ਲੰਘੈ ਵਹੇਲਾ। ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ। ਜਿਹੜੇ ਰਸਤੇ ਤੂੰ ਜਾਣਾ ਨਾ, ਮਹਾਰਾਜ ਕਹਿੰਦੇ ਉਹ ਰਸਤਾ ਸੁਹੇਲਾ ਹੋ ਜਾਏਗਾ, ਸੌਖਾ ਲੰਘ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰਸਤੇ ਤੇ ਤੂੰ ਜਾਣਾ ਹੈ। ਇਸ ਕਰਕੇ ਭਾਈ ਗੁਰੂ ਜੀ ਦੇ ਨਾਮ ਰੂਪੀ ਬੇੜੀ ਸਾਨੂੰ ਬੰਨਣੀ ਚਾਹੀਦੀ ਹੈ। ਤੜਕੇ ਉੱਠ ਕੇ ਹਰ ਰੋਜ਼ ਅਕਾਲ ਪੁਰਖ ਦਾ ਨਾਮ ਤੇ ਆਈਏ। ਇਹ ਜਿਹੜੀ ਵਿਕਾਰਾਂ ਦੀ ਸਾਨੂੰ ਨੀਂਦ ਚੜੀ ਹੈ ਨਾ, ਮਾਇਆ ਦੀ ਨੀਂਦ ਚੜੀ ਹੈ, ਸੁੱਖਾਂ ਦੀ ਨੀਂਦ ਚੜੀ ਹੈ, ਇਹਨੂੰ ਲਾ ਦਈਏ, ਫੇਰ ਕਿਤੇ ਭਾਈ ਜਾਗਿਆ ਜਾਣਾ। ਸਤਿਗੁਰੂ ਮਹਾਰਾਜ ਕਹਿੰਦੇ ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ। ਇਹਨੂੰ ਜਾਗਣਾ ਨਹੀਂ ਕਹਿੰਦੇ, ਜਦੋਂ ਮਨ ਜਾਗ ਗਿਆ ਉਹਨੂੰ ਜਾਗਣਾ ਕਹਿੰਦੇ ਐ। ਸਤਿਗੁਰੂ ਕਹਿੰਦੇ ਮਾਇਆ ਦੀ ਨੀਂਦ 'ਚ ਸੁੱਤਾ ਪਿਆ ਮੂਰਖ ਲੋਕ ਅਜਾਣ। ਐਸੇ ਮੂਰਖ ਲੋਕ ਨੇ, ਪਾਤਸ਼ਾਹ ਜੀ ਕਹਿੰਦੇ ਨੇ,
ਗੁਰਬਾਣੀ ਨੇ ਤੇ ਬਿਨ ਨਾਵੇ ਜਗ ਕਮਲਾ ਫਿਰ ਆਖਿਆ। ਬਿਨਾ ਨਾਮ ਤੋਂ ਬਿਨਾ ਤੇ ਸੰਸਾਰ ਕਮਲਾ ਹੀ ਹੈ। ਮਹਾਰਾਜ ਸਤਿਗੁਰੂ ਜੀ ਬਚਨ ਨੇ, ਕੌਣ ਸਿਆਣਾ ਹੈ ਜਿਹਦੇ ਪੱਲੇ ਹਰੀ ਦਾ ਨਾਮ ਹੈ। ਇਉਂ ਗੁਰੂ ਜੀ ਦੇ ਬਚਨ ਨੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ। ਦੀਨ ਦੁਨੀਆ ਦੇ ਮਾਲਕ ਕਹਿੰਦੇ ਐ, ਮਾਇਆ ਦੀ ਨੀਂਦ ਚ ਸੁੱਤਾ ਪਿਆ ਏ, ਯਾਦ ਰੱਖੀ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਵਣਾ ਹੋਏ। ਇਸ ਜਗ ਮੈਂ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਵਣਾ ਹੋਏ। ਮਹਾਰਾਜ ਕਹਿੰਦੇ ਮਾਇਆ ਦੀ ਸੋਭਾ ਤੇ ਚਾਰ ਦਿਹਾੜੇ ਹੈ, ਜਾਣ ਲੱਗਿਆ ਦੇਰ ਨਹੀਂ ਜੇ ਲੱਗਣੀ। ਐਵੇਂ ਮਹਾਰਾਜ ਕਹਿੰਦੇ ਸੁੱਤਾ ਹੋਏ ਆ। ਤੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅੰਤ ਦਾ ਸਮਾਂ ਆਉਂਦਾ ਫਿਰ ਉਦੋਂ ਜ਼ਹਿਰ ਵਰਗੀ ਲੱਗਦੀ ਹੈ, ਖਿਨ ਮਹਿ ਕੌੜੇ ਹੋਏ ਗਏ। ਉਦੋਂ ਫਿਰ ਜਦੋਂ ਦੂਤ ਆਉਂਦੇ ਆ ਨਾ, ਉਦੋਂ ਬੜਾ ਦੁੱਖ ਦਿੰਦੇ ਹੈ, ਕਿਉਂਕਿ ਨਾਮ ਨਹੀਂ ਹੁੰਦਾ ਕੋਲ, ਦੁੱਖ ਦਿੰਦੇ ਹੈ। ਕਿਉਂਕਿ ਜੇ ਨਾਮ ਹੋਵੇ ਤੇ ਬਾਣੀ ਕਹਿੰਦੀ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੜ ਜਾਏ। ਭਉਜਲ ਬਿਖ ਮਸ ਗਾਹੋ ਗੁਰ ਸ਼ਬਦੀ, ਪਾਰ ਪਾਹੇ ਗੁਰਾਂ ਦੇ ਸ਼ਬਦ ਨੂੰ ਜਪ ਕੇ ਤੂੰ ਪਾਰ ਹੋ ਜੇ ਕਹਿੰਦੇ। ਪਰ ਮਹਾਰਾਜ ਆਖਣ ਲੱਗੇ ਨੇ, ਅੰਦਰ ਤੇਰੇ ਨਾਮ ਨਹੀਂ ਸੀ, ਨਾ ਬਾਣੀ ਪੜ੍ਹੀ, ਨਾ ਚੰਗਾ ਕੰਮ ਕੀਤਾ, ਨਾ ਸਤ ਸੰਤੋਖ ਦਇਆ ਧਰਮ ਵਿਚਾਰ ਦੇ ਗੁਣ ਆਏ ਤੇਰੇ ਅੰਦਰ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਫਿਰ ਜਦੋਂ ਦੂਤ ਆਉਂਦੇ ਆ ਨਾ, ਮਾਰ ਪੈਂਦੀ ਹੈ। ਫਿਰ ਜੋ ਜਮ ਆਏ, ਜਦੋਂ ਜਮ ਆਉਂਦੇ ਐ, ਕਿਸ ਗਏ ਪਟ ਗਏ। ਹੁਣ ਤੇ ਸਾਨੂੰ ਇਉਂ ਲੱਗਣਾ ਵੀ ਦੇਖੀ ਜਾਊ ਜਦੋਂ ਆਉਣਗੇ, ਪਰ ਜਦੋਂ ਆ ਗਏ ਨਾ ਭਾਈ ਸਤਿਗੁਰੂ ਕਹਿੰਦੇ ਤਾਂ ਦਿਨ ਕਿਸ਼ਨਾ, ਉਹ ਤੈਨੂੰ ਦਿਨ ਹੀ ਨਹੀਂ ਭੁੱਲਣਾ। ਮਹਾਰਾਜ ਕਹਿੰਦੇ ਤੇ ਕਬੀਰ ਜੀ ਫਿਰ ਕਹਿੰਦੇ ਐ, ਚੱਲੀ ਜਾਣੀ ਨਾਜ਼ਮਾਂ ਦੀ ਬੁਰੀ
ਜਿਨ੍ਹਾਂ ਨਾਲ ਤੂੰ ਹਿੱਤ ਲਾਇਆ ਨਾ, ਫਿਰ ਜਦੋਂ ਤੈਨੂੰ ਦੂਤ ਫੜਨਗੇ ਨਾ, ਉਦੋਂ ਤੈਨੂੰ ਬੜਾ ਦੁੱਖ ਹੋਵੇਗਾ। ਤੇ ਜਿਨ੍ਹਾਂ ਦੇ ਵਿੱਚ ਤੇਰਾ ਚਿੱਤ ਲਾਇਆ ਹੋਇਆ, ਸਤਿਗੁਰੂ ਕਹਿੰਦੇ ਉੱਥੇ ਇਹਨਾਂ ਨੇ ਸਹਾਈ ਨਹੀਂ ਹੋਣਾ। ਮਹਾਰਾਜ ਦੇ ਬਚਨ ਨੇ, ਹੱਥ ਮਰੋੜੈ ਤਨ ਕਪੇ, ਹੱਥ ਮੁੜ ਜਾਂਦੇ ਐ, ਤਨ ਕਪੇ ਤਨ ਫਿਰ ਕੰਬਦਾ ਏ, ਸਿਆਹੋ ਹੋਆ ਸੇਤ। ਇਉਂ ਮਹਾਰਾਜ ਦੇ ਬਚਨ ਨੇ। ਭਾਦੋਏ ਭਰਮ ਭਲਾਣੀਆਂ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇ ਤੋ, ਜਿਤ ਦਿਨ ਦੇਹ ਬਿਨ ਸਸੀ। ਜਦੋਂ ਤੇਰੀ ਦੇਹ ਬਿਨ ਸਗੀ, ਕਹਿੰਦੇ ਤਿਤ ਵੇਲੇ ਕਹਿਸਨ ਪ੍ਰੇਤ। ਇਹੀ ਪਰਿਵਾਰ ਨੇ ਨੂੰ ਪ੍ਰੇਤ ਕਹੇਗਾ। ਮਹਾਰਾਜ ਕਹਿੰਦੇ ਰੇ ਬੌਰੇ ਤੇ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਕਾਕੀ ਮਾਤ ਪਿਤਾ ਕੋਹ ਕਾਕੋ, ਕਵਣ ਪੁਰਖ ਕੀ ਜੋਈ। ਘਟ ਫੁੱਟੈ, ਜਦੋਂ ਕਹਿੰਦੇ ਸਰੀਰ ਰੂਪੀ ਘੜਾ ਫੁੱਟ ਗਿਆ, ਕਉ ਬਾਤ ਨਾ ਪੁੱਛੈ। ਉਦੋਂ ਫਿਰ ਕਹਿੰਦੇ ਕੋਈ ਬਾਤ ਨਹੀਂ ਜੇ ਪੁੱਛਦਾ। ਪਰ ਮਹਾਰਾਜ ਕਹਿੰਦੇ ਇਸਤਰੀ ਤੇਰੀ ਇਹੀ ਸਰੀਰ ਨਾਲ ਲੱਗੀ ਰਹਿੰਦੀ ਸੀ ਨਾ, ਪਰ ਕਹਿੰਦੇ ਉਹ ਤੋਂ ਭੂਤ ਭੂਤ ਕਰ ਭਾਗੀ। ਇਹ ਕਹਿ ਦਿੰਦੀ ਏ ਤੇ ਹੁਣ ਭੂਤ ਹੈ। ਐਸਾ ਦੁਨੀਆ ਦਾ ਪਿਆਰ ਹੈ। ਤੇ ਮਹਾਰਾਜ ਕਹਿੰਦੇ ਝੂਠਾ ਹੈ। ਯਾਦ ਰੱਖ ਸੱਚੇ ਪਾਤਸ਼ਾਹ ਕਹਿੰਦੇ। ਫਿਰ ਜਦੋਂ ਦੂਤ ਆਉਂਦੇ ਆ ਨਾ, ਉਹ ਫਿਰ ਜਦੋਂ ਭਾਈ ਮਨੁੱਖ ਨੂੰ ਲੈ ਕੇ ਜਾਂਦੇ ਐ, ਸਤਿਗੁਰੂ ਕਹਿੰਦੇ ਉਦੋਂ ਫਿਰ ਬਹੁਤ ਦੁੱਖ ਦਿੰਦੇ ਐ। ਉਦੋਂ ਫਿਰ ਨਾਮ ਤੇ ਜਪਿਆ ਨਹੀਂ, ਕਿਉਂਕਿ ਮਨੁੱਖਾ ਜਨਮ ਦਿੱਤਾ ਹੀ ਨਾਮ ਜਪਣ ਵਾਸਤੇ ਸੀ। ਉਹ ਜਪਿਆ ਨਹੀਂ, ਉਸ ਅਵਸਥਾ ਤੇ ਜਪਿਆ ਨਹੀਂ ਨਾਮ। ਤੇ ਮਹਾਰਾਜ ਕਹਿੰਦੇ ਜਦੋਂ ਫਿਰ ਦੂਤ ਆਉਂਦੇ ਐ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਜਦੋਂ ਜਮਾਂ ਦਾ ਡੰਡਾ ਮੂੰਹ ਤੇ ਵੱਜਦਾ, ਉਦੋਂ ਫਿਰ ਮਨੁੱਖ ਨੂੰ ਜਾਗ ਆਉਂਦੀ ਹੈ। ਊਣੀ ਨੂੰ ਜਾਗ ਆਉਂਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ। ਸੋ ਇਉਂ ਧੰਨ ਗੁਰੂ ਅਰਜਨ ਸਾਹਿਬ ਕਹਿ ਰਹੇ ਹੈ। ਫਿਰ ਕਹਿੰਦੇ ਨਾ, ਫਿਰ ਸੋਝੀ ਆ ਜਾਂਦੀ ਹੈ। ਮੈਂ ਤੇ ਸਾਰੀ ਉਮਰ ਇਹਨਾਂ ਨਾਲ ਲੱਗਿਆ ਰਿਹਾ, ਵਿਸ਼ੇ ਭੋਗਦਾ ਰਿਹਾ, ਇਹਨਾਂ ਨੇ ਹੁਣ ਮੇਰਾ ਸਾਥ ਨਹੀਂ ਜੇ ਦੇਣਾ। ਉਦੋਂ ਫਿਰ ਮਨੁੱਖ ਰੋਂਦਾ। ਮਹਾਰਾਜ ਕਹਿੰਦੇ ਉਦੋਂ ਫਿਰ ਮਨੁੱਖ ਰੋਂਦਾ। ਤੇ ਗੁਰਬਾਣੀ ਨੇ ਤੇ ਸਾਨੂੰ ਪਹਿਲਾਂ ਹੀ ਸਮਝਾਇਆ ਹੋਇਆ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। 3 ਵਾਰ ਮਹਾਰਾਜ ਆਖੇ, ਮਨ ਕਰਕੇ, ਤਨ ਕਰਕੇ, ਬਚਨਾ ਕਰਕੇ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਮਹਾਰਾਜ ਭਗਤ ਕਬੀਰ ਜੀ ਦੀ ਬਾਣੀ ਹੈ। ਸਭ ਤੋਂ ਵੱਧ ਬਾਣੀ ਭਗਤਾਂ ਦੇ ਵਿੱਚੋਂ ਭਗਤ ਕਬੀਰ ਸਾਹਿਬ ਦੀ ਹੈ, ਤੇ ਗੁਰੂ ਸਾਹਿਬਾਂ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ। ਇਹ ਮਹਾਰਾਜ ਦੀ ਆਪਣੀ ਮਰਜ਼ੀ ਹੈ, ਜਿੰਨੀ ਮਰਜ਼ੀ ਬਾਣੀ ਉਚਾਰਨ। ਤੇ ਸੱਚੇ ਪਾਤਸ਼ਾਹ ਸਾਨੂੰ ਇਹ ਹੁਕਮ ਹੈ ਵੀ ਅਸੀਂ ਬਾਣੀ ਤੇ ਚੱਲੀਏ। ਮਹਾਰਾਜ ਸਤਿਗੁਰੂ ਕਹਿੰਦੇ ਐ, ਭਗਤ ਕਬੀਰ ਜੀ ਕਹਿੰਦੇ, ਰਾਮ ਸਿਮਰ ਪਛਤਾਹੇਗਾ ਮਨ। ਕਦੋਂ ਪਛਤਾਉਂਦਾ? ਜਦੋਂ ਫਿਰ ਅੰਤ ਦਾ ਸਮਾਂ ਆਉਂਦਾ। ਕਿਉਂ? ਖਿੰਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਕਿਉਂ? ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੇ ਰੋਜ਼। ਹੁਣ ਤੇ ਤੈਨੂੰ ਦੁੱਖ ਹੈ, ਤੂੰ ਗੁਆਂਢੀ ਕੋਲ ਚਲਿਆ ਜਾਵੇਂਗਾ ਰੋਣ ਵਾਸਤੇ। ਮਹਾਰਾਜ ਕਹਿੰਦੇ ਤੈਨੂੰ ਦੁੱਖ ਹੈ, ਪਤਨੀ ਨੂੰ ਦੁੱਖ ਹੈ, ਪਤੀ ਕੋਲ ਜਾ ਕੇ ਰੋਂਦੀ ਹੈ। ਜੇ ਮਹਾਰਾਜ ਕਹਿੰਦੇ ਭੈਣ ਨੂੰ ਦੁੱਖ ਹੈ, ਉਹ ਭਰਾ ਕੋਲ ਜਾ ਕੇ, ਤਾਂ ਸਤਿਗੁਰੂ ਜੀ ਕਹਿੰਦੇ ਰਿਸ਼ਤੇ ਹੈ ਦੁਨੀਆ ਤੇ, ਪਰ ਵਿੱਚ ਨਾ ਕੋਈ ਕਰ ਸਕੈ। ਜਦੋਂ ਤੈਨੂੰ ਦੁਨੀਆ ਤੋਂ ਲੈ ਗਏ, ਉਦੋਂ ਕਿਸੇ ਨੇ ਵਿਚੋਲਾ ਨਹੀਂ ਜੇ ਬਣਨਾ। ਫਿਰ ਕਿਸ ਥੈ ਰੋਵੇ ਰੋਜ਼, ਕਿਹਦੇ ਕੋਲ ਜਾ ਕੇ ਰੋਵੇਂਗਾ? 5ਵੇਂ ਪਾਤਸ਼ਾਹ ਕਹਿੰਦੇ ਨੇ, ਇਹ 12 ਮਾਹਾਂ ਦਾ ਪਾਠ ਹੈ। ਸੰਗਰਾਂਦ ਦੇ ਦਿਹਾੜਿਆਂ ਤੇ ਆਪ ਜੀ ਸੁਣਦੇ ਹੋ, ਪਰ ਅੱਜ ਦਾ ਸੰਗਰਾਂਦ ਦੇ ਦਿਹਾੜੇ ਤੇ ਇਹ ਆ ਵੀ ਇਕੱਲੀ ਦੇਗ ਲੈ ਕੇ ਹੀ ਆਉਣੀ ਹੈ। ਅਸੀਂ ਉੱਥੇ ਪ੍ਰਸ਼ਾਦਾ ਪਾਣੀ ਬਣਿਆ, ਉਹੀ ਛਕ ਕੇ ਆਉਣਾ ਆ। ਨਾ ਕੋਈ ਉੱਥੇ ਗੁਰਬਾਣੀ ਦੀ ਕਥਾ ਹੁੰਦੀ, ਮਾਫ ਕਰਨਾ, ਤੇ ਨਾ ਕੋਈ ਕਮੇਟੀਆਂ ਦਾ ਕੋਈ ਯਤਨ ਕਰਦੀਆਂ, ਤੇ ਨਾ ਭਾਈ ਅਸੀਂ ਸੰਗਤ ਨੇ ਯਤਨ ਕੀਤਾ। ਮਹਾਰਾਜ ਆਖਣ ਲੱਗੇ ਨੇ, ਇਹ ਕਹਿੰਦੇ ਜਿਹੜਾ ਜੀਵ ਹੈ ਮਾਇਆ ਦੀ ਨੀਂਦ 'ਚ ਔਰ ਪਦਾਰਥਾਂ ਦੀ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ, ਇਹਨੂੰ ਜਾਗਿਆ, ਇਹਨੂੰ ਜਾਗ ਨਹੀਂ ਜੇ ਆਈ। ਤੇ ਮਨੁੱਖ ਦਾ ਮਨ ਉਦੋਂ ਜਾਗਦਾ ਜਦੋਂ ਨਾਮ ਦਾ ਚਾਨਣ ਹੋ ਜਾਂਦਾ ਇਹਦੇ ਮਨ ਅੰਦਰ, ਜਦੋਂ ਗਿਆਨ ਦਾ ਚਾਨਣ ਹੋ ਜੇ। ਸਤਿਗੁਰੂ ਜੀ ਕਹਿੰਦੇ ਭਾਈ ਉਦੋਂ ਫਿਰ ਜਿਹੜਾ ਮਨ ਹੈ ਨਾ, ਇਹ ਜਾਗ ਜਾਂਦਾ ਆ। ਤੇ ਸਤਿਗੁਰੂ ਜੀ ਕਹਿੰਦੇ ਹੁਣ ਮਹਾਰਾਜ ਨੂੰ ਪੁੱਛਿਆ, ਸੱਚੇ ਪਾਤਸ਼ਾਹ ਜੀ ਦੁਨੀਆ ਤੇ ਮਨੁੱਖ ਕਿਹੜਾ ਜਾਗਦਾ ਆ? ਸਤਿਗੁਰੂ ਕਹਿੰਦੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ, ਜਿਹਦੇ ਤੇ ਗੁਰੂ ਦੀ ਕਿਰਪਾ, ਪ੍ਰਸਾਦ ਭਾਵ ਕਿਰਪਾ,
ਗੁਰੂ ਦਾ ਕੀ ਮਤਲਬ ਹੈ? ਅਗਿਆਨਤਾ ਦੇ ਹਨੇਰੇ ਨੂੰ ਕੱਟਣ ਵਾਲਾ ਗੁਰੂ। ਦੇਖੋ, ਗੁਰੂ ਤੇ ਪਰਮੇਸ਼ਰ ਹੈ ਇੱਕ ਹੀ ਨੇ, ਉਹ ਨਿਰਗੁਣ ਹੈ ਤੇ ਸਰਗੁਣ ਹੈ। ਔਰ ਇਸ ਗੱਲ ਦਾ ਧਿਆਨ ਰੱਖਣਾ, ਨਿਰਗੁਣ ਦੀ ਸੋਝੀ ਉਦੋਂ ਹੋਵੇਗੀ ਜਦੋਂ ਸਰਗੁਣ ਸਰੂਪ ਹੋਵੇਗਾ। ਹੁਣ ਕਈ ਕਹਿ ਦਿੰਦੇ ਨੇ ਜੀ ਗੁਰੂ ਤੇ ਆਮ ਹੈ, ਗੁਰੂ ਤੇ ਢਿਮਕਾ ਹੈ, ਗੁਰੂ ਤੇ ਸਾਡੇ ਵਰਗਾ ਹੀ ਹੈ। ਬਾਣੀ ਤੇ ਕਹਿੰਦੀ ਹੈ ਨਿਰਗੁਣ ਸਰਗੁਣ ਏਕ, ਇੱਕ ਹੈ ਏਕ ਬਖਾਨਨੋ। ਮਹਾਰਾਜ ਦੇ ਬਚਨ ਨੇ 52 ਅੱਖਰੀ ਵਿੱਚ। ਫਿਰ ਗੁਰੂ ਜੀ ਸੁਖਮਣੀ ਸਾਹਿਬ 'ਚ ਮਹਾਰਾਜ ਕਹਿੰਦੇ ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਜਿਨੇ ਸਰੀਰ ਧਾਰ ਕੇ ਇਹ ਸੰਸਾਰ ਨੂੰ ਮੋਹ ਲਿਆ, ਸੋ ਐਸਾ ਇਹ ਬਚਨ ਹੈ। ਮਹਾਰਾਜ ਸਤਿਗੁਰੂ ਕਹਿੰਦੇ ਫਿਰ ਜਿਹੜੇ ਗੁਰੂ ਨਾਨਕ ਸਾਹਿਬ ਹੈ, ਇਹਨਾਂ ਦੇ ਜਦੋਂ ਤੂੰ ਦੁਆਰੇ ਤੇ ਆਵੇਂਗਾ, ਮਹਾਰਾਜ ਤੇਰੇ ਤੇ ਕਿਰਪਾ ਕਰ ਦੇਣਗੇ। ਤੇ ਮਹਾਰਾਜ ਕਹਿੰਦੇ ਜਿਹਦੇ ਤੇ ਕਿਰਪਾ ਹੋ ਗਈ ਉਹ ਪੁਰਸ਼ ਜਾਗ ਗਿਆ। ਤੇ ਸਾਡੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਸਾਡੇ ਤੇ ਕਿਰਪਾ ਕੀਤੀ ਹੈ ਕਲਗੀਧਰ ਪਾਤਸ਼ਾਹ ਨੇ, ਪਰ ਕਈ ਅੰਮ੍ਰਿਤ ਛਕ ਕੇ ਵੀ ਸੁੱਤੇ ਪਏ ਐ। ਮਾਫ ਕਰਨਾ, ਵਿਸ਼ਿਆਂ ਵਿਕਾਰਾਂ ਦੇ ਵਿੱਚ ਹਜੇ ਵੀ ਤੁਰੇ ਫਿਰਦੇ ਐ ਭਾਈ ਉਹ। ਤੇ ਮਹਾਰਾਜ ਸਤਿਗੁਰੂ ਨੇ ਜਾਗਣਾ ਸਾਨੂੰ ਆਖਿਆ ਸੀ, ਪਰ ਹਜੇ ਵੀ ਉੱਥੇ ਹੀ। ਪਰ ਫਾਇਦਾ ਹੀ ਕੀ ਹੋਇਆ ਅੰਮ੍ਰਿਤ ਛਕੇ ਦਾ, ਜੇ ਜਾਗਣੇ ਹੀ ਨਹੀਂ ਸੀ ਮਨ ਨੇ। ਮਹਾਰਾਜ ਸਤਿਗੁਰੂ ਕਹਿੰਦੇ ਨਾਮ ਨੂੰ, ਨਾਮ ਦੇ ਚਾਨਣ ਕਰਕੇ ਇਹਨੂੰ, ਇਹ ਮਨ ਨੂੰ ਜਗਾ ਲੈ। ਤੇ ਜਿਨ੍ਹਾਂ ਦਾ ਮਨ ਜਾਗਿਆ, ਸਤਿਗੁਰੂ ਜੀ ਕਹਿੰਦੇ ਫਿਰ ਸੋਝੀ ਆ ਜਾਏਗੀ। ਹੁਣ ਅੱਗੇ ਗੁਰੂ ਜੀ ਕਹਿੰਦੇ ਆ, ਇਹ 375 ਅੰਗ ਤੇ ਬਚਨ ਹੈ ਜਿਹੜਾ ਆਪ ਜੀ ਸੁਣ ਰਹੇ ਹੋ ਗੁਰਬਾਣੀ ਦੀ ਵਿੱਚ, ਕਥਾ ਦੇ ਵਿੱਚ, ਧੰਨ ਗੁਰੂ ਅਰਜਨ ਸਾਹਿਬ ਦਾ। ਅੱਗੇ ਕਹਿੰਦੇ ਆ, ਕਹੋ ਨਾਨਕ ਗੁਣ ਗਾਈਐ ਨੀਤੋ। ਆਖਣ ਲੱਗੇ ਨੇ ਪੰਜਵੇਂ ਗੁਰੂ ਨਾਨਕ, ਪੰਜਵੇਂ ਸਰੂਪ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਗੁਣ ਗਾਈਐ ਨੀਤ। ਨਿਤਾ ਪ੍ਰਤੀ ਉਹਦਿਆਂ ਗੁਣਾਂ ਨੂੰ ਗਾਇਆ ਕਰ, ਜੀਵ ਦੇ ਨਾਲ ਉਹਦਿਆਂ ਗੁਣਾਂ ਨੂੰ ਗਾਇਆ ਕਰ, ਕੰਨਾਂ ਦੇ ਨਾਲ ਉਹਦੇ ਜਸ ਨੂੰ ਸੁਣਿਆ ਕਰ, ਹੱਥਾਂ ਦੇ ਨਾਲ ਕਹਿੰਦੇ ਸੇਵਾ ਕਰਿਆ ਕਰ। ਮਹਾਰਾਜ ਆਖਣ ਲੱਗੇ ਨੇ ਮਨ ਬਚ ਕਰਮ ਰਾਮ ਨਾਮ ਚਿਤਾਰੀ। ਘੂਮਣ ਘੇਰ ਮਹਾ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ। ਜਿਨ੍ਹਾਂ ਨੇ ਮੁਖੀ ਗੁਰਾਂ ਦੇ ਪਾਸ, ਜਿਨ੍ਹਾਂ ਨੇ ਮਨ ਲਾਇਆ ਹੈ, ਜਿਹੜੇ ਗੁਰਮੁਖ ਬਣ ਕੇ ਰਾਮ ਨੂੰ ਚੇਤੇ ਕਰਦੇ ਨੇ, ਕਾਲ ਪੁਰਖ ਨੂੰ ਚੇਤੇ ਕਰਦੇ ਨੇ, ਮਹਾਰਾਜ ਕਹਿੰਦੇ ਉਹ ਤੇ ਪਾਰ ਹੋ ਗਏ, ਉਹ ਪਾਰ ਹੋ ਗਏ। ਕਹਿੰਦੇ ਨਹੀਂ, ਐਸਾ ਸੰਸਾਰ ਦਾ ਚਿੱਕੜ ਹੈ, ਇਹਦੇ ਵਿੱਚ ਜਿਹੜਾ ਵੀ ਆ ਗਿਆ ਉਹ ਕਦੇ ਨਹੀਂ ਭਾਈ ਬਾਹਰ ਨਿਕਲਿਆ। ਤੇ ਮਹਾਰਾਜ ਅੰਧਕੂਪ ਤੇ ਕਾਢੋ, ਇਹ ਐਸਾ ਭਾਈ ਚਿੱਕੜ ਹੈ ਸੰਸਾਰ ਦਾ। ਮਹਾਰਾਜ ਕਹਿੰਦੇ ਭਾਈ ਜੇ ਤੂੰ ਇਹ ਸੰਸਾਰ ਦੇ ਵਿੱਚੋਂ ਨਿਕਲਣਾ ਚਾਹੁੰਦਾ ਹੈ ਨਾ, ਤੇ ਮਹਾਰਾਜ ਕਹਿੰਦੇ ਉਹਦੇ ਗੁਣ ਗਾਇਆ ਕਰ, ਜੀਵ ਦੇ ਨਾਲ, ਕੰਨਾਂ ਦੇ ਨਾਲ ਗੁਣਾਂ ਨੂੰ ਸੁਣਿਆ ਕਰ। ਸੱਚੇ ਪਾਤਸ਼ਾਹ ਕਹਿੰਦੇ ਭਾਈ ਨਿਤਾ ਪ੍ਰਤੀ ਗਾਈ। ਫਿਰ ਜਿਹੜਾ ਤੇਰਾ ਮਨ ਸੁੱਤਾ ਹੋਇਆ ਨਾ ਜਾਗ ਜਾਵੇਗਾ। ਉਹਦੇ ਅੰਦਰ ਫਿਰ ਜਾਗਰਤ ਅਵਸਥਾ ਆ ਜਾਂਦੀ ਹੈ, ਉਹ ਜਾਗੇ ਹੋਏ ਪੁਰਸ਼ ਨੇ। ਤੇ ਧਿਆਨ ਦਿਓ, ਜਿਨ੍ਹਾਂ ਦਾ ਮਨ ਨਹੀਂ ਨਾ ਜਾਗਿਆ, ਜਿਨ੍ਹਾਂ ਦਾ ਮਨ ਅੰਨਾ ਸੀ, ਉਹਨਾਂ ਨੇ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਤਾ। ਜਿਨ੍ਹਾਂ ਦਾ ਮਨ ਅੰਨਾ ਸੀ, ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਤੇ ਕਿਰਪਾਨ ਚਲਾ ਦਿੱਤੀ। ਇਹ ਅੰਨੇ ਪੁਰਸ਼ਾਂ ਦੀ ਨਿਸ਼ਾਨੀ ਹੈ। ਮੱਥੇ ਤੇ ਨਹੀਂ ਲਿਖਿਆ ਹੁੰਦਾ ਵੀ ਅੰਨਾ ਹੈ। ਔਰ ਗਿਆਨ ਤੋਂ ਪਤਾ ਲੱਗੇਗਾ ਕਿੰਨਾ ਕੁ ਜਾਗਿਆ ਹੋਇਆ। ਇੱਕ ਨੇਤਰਾਂ ਕਰਕੇ ਅੰਨਾ, ਇੱਕ ਗਿਆਨ ਕਰਕੇ ਅੰਨਾ। ਤੇ ਭਾਈ ਨੇਤਰਾਂ ਤੋਂ ਅੰਨਾ ਉਹਦੇ ਚੱਲ ਜਾਏਗਾ, ਪਰ ਜਿਹੜਾ ਗਿਆਨ ਤੋਂ ਅੰਨਾ ਨਾ, ਉਹ ਨਹੀਂ ਜੇ ਚੱਲਣਾ। ਉਹਨੇ ਫਿਰ ਤੱਤੀ ਤਵੀ ਤੇ ਬਿਠਾ ਦੇਣਾ ਆ, ਉਹਨੇ ਫਿਰ ਉਬਲਦੀਆਂ ਦੇਗਾਂ 'ਚ ਬਿਠਾ ਦੇਣਾ ਆ, ਕਿਉਂਕਿ ਗਿਆਨ ਨਹੀਂ ਜੇ, ਨਾਮ ਦਾ ਚਾਨਣ ਨਹੀਂ। ਆਖਣ ਲੱਗੇ ਨੇ ਪ੍ਰਮਾਤਮਾ ਦਿਆਂ ਗੁਣਾਂ ਨੂੰ ਗਾ ਕੇ ਇਹ ਮਨ ਨੂੰ ਜਾਗਰਤ ਅਵਸਥਾ ਵਿੱਚ ਲੈ ਆ। ਔਰ ਗੁਰੂ ਸਾਹਿਬ ਨੇ ਆਖਿਆ ਉਹਨਾਂ ਦਾ ਜਾਗਣਾ ਪ੍ਰਵਾਨ ਹੈ ਜਿਹੜੇ ਕੀਰਤਨ ਵਿੱਚ ਜਾਗਦੇ ਨੇ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮਹਿ ਜਾਗਣਾ। ਪੰਜਵੇਂ ਪਾਤਸ਼ਾਹ ਜੀ ਸਮਝਾਉਂਦੇ ਨੇ ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਮਹਾਰਾਜ ਦਾ ਬਚਨ, ਜੇ ਤਿਆਗ ਕਰਨਾ ਹੈ ਨਾ, ਇਹ ਕਾਮ ਕਰੋ ਲੋਭ ਮੋਹ ਹੰਕਾਰ ਦਾ ਤਿਆਗ ਕਰਦੇ। ਜੇ ਜਾਗਣਾ ਆ, ਗੁਰੂ ਦੇ ਕੀਰਤਨ ਵਿੱਚ ਜਾਗਿਆ ਕਰ। ਜੇ ਮੰਗਣਾ ਆ, ਮੰਗਣਾ ਮੰਗਣ ਨੀਕਾ,
हर जस गुर ते मंगना। जे तू मंगना महाराज कहते जस मंगया कर, सतगुरु की बाणी पढ़नी मंगया कर। ते दुनिया के पदार्थ मंगेगा महाराज कहते ते सगल तरवर की शाम, तरवर दरख्त नूं कहंदे है। दुनिया के पदार्थ ते दरख्त की छां वांग है, टिक के नहीं रह सकते। सतगुरु कहंदे मांगो दान ठाकुर नाम, अवर कछू मेरे संग ना चालै, मिलै कृपा गुण गाम। राजमाल अनेक भोग रस, सगल तरवर की शाम। ये तो दरख्त की छां वांग है, सतगुरु कहते। हुण महाराज शब्द की समाप्ति कर रहे ने। सच्चे पातशाह गुरु नानक साहब जी के नाम की मोहर ला के कहते प्रभु के गुणों नूं गा, मुख उजल। हुण महाराज नूं पुछया महाराज की होवेगा, जे परमात्मा के गुणों नूं गावांगे ते की होवेगा, की सानू फल की मिलेगा। आखण लगे ने मुख उजल होए निर्मल चीतो, तेरा जिहड़ा चित्त है मन है निर्मल हो जाएगा। ये विकारा रूपी मैल तैनू चढ़ी हुई है। पातशाह कहते ने मन तेरा निर्मल हो जाएगा और मुख उजल, प्रभु की दरगाह दे विच जिहड़ा तेरा मुख है उजला हो जाएगा। पातशाह कहते फिर आओ बैठ आदर सब थाई, ऊण ना कतहूँ बाता। जिन्हां दे मुख उजले होए गुरबाणी ने आखिया, सच्चे पातशाह जी कहते कीतो भवन पनीत, नानक धर्म ऐसे चवै कीतो भवन पनीत। धर्मराज ने भवनां नूं पवित्र कर दिता, जिन्हां दे मथे ते नाम दा दाग सी, जिन्हां दे मथे ते नाम दा चानण सी। धर्मराज भी खड़ा हो गया। कहते ये गुरबाणी विच बचन आउंदे है 1425 अंग ते सज्जे हथ, नानक धर्म ऐसे चवै कीतो भवन पनीत। इउं महाराज सतगुरु कहते उन्हां दा मुख उजला हो जाता है। ते सतगुरु सच्चे पातशाह जी इउं समझाउंदे ने, जिहड़ा मन तेरा माया विच मैला हो गया सी ना, अज निर्मल हो गया। ते जदों मन निर्मल हो जावे फिर महाराज की कहते हैं कबीर, मन निर्मल भया जैसा गंगा नीर, पाछै लागो हर फिरै कहत कबीर कबीर। जिन्हां दा भाई मन निर्मल हो गया, उन्हां दे पिछे फिर ना महाराज तुरे फिरदे है, अपने भगतां नूं दर्शन दिंदे। इउं महाराज समझाउंदे है। गुरबाणी दे विच समा होया समाप्ति है। गुरबाणी की कथा विचार करदिआं अनेकां प्रकारां दीआं गलतियां भुल्लां चुक्का हो जांदियां ने। दीन दुनिया दे मालक दास दीआं गलतियां नूं बख्श लैणगे। पंजवें गुरुदेव पंजवें पातशाह शहीदां दे सरताज नाम बाणी दे बोथे कलयुग दे अवतार धन गुरु अर्जन देव महाराज दास नूं बख्शण वाले ने। सतगुरु साहब ते भरोसा आप प्यारी साध संगत ने बख्श लैणा। यह लोक सुखीए पर लोक सुहेले, नानक हर प्रभ आपे मिले। आओ एक धारणा पढ़ के फिर ਆਪਾਂ समाप्ति करते हैं। बहुते पुना करके मानस देगी मैं बहुते पुना करके मानस देगी मैं
ਝੂਠੀ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਜਾਣ ਲੈ ਹੋਰੇ ਮੀਤ, ਮਨ ਚ ਪੱਕਾ ਕਰਕੇ ਜਾਣ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੁਆਓ ਹੁਣ ਆਨੰਦ ਸਾਹਿਬ ਦਾ ਜਾਪ ਕਰਦੇ ਹਾਂ, ਫਿਰ ਉਸ ਤੋਂ ਬਾਅਦ ਸਮਾਪਤੀ ਹੈ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ